इस तरह है जी कि देखो सरकार अपनी जिद ते अड़ी हुई है। नरेंद्र मोदी ਨੂੰ ਇਹ ਲੱਗਦਾ ਹੈ कि मैं रवां ना रवां मेरी जिद रहनी चाहिए है। ये तीनों खेती कानून रद्द नहीं करने, सत्ता भावें चली जाए। ਇਹਨੂੰ ਕਹਿੰਦੇ ਹੁੰਦੇ ਵਿਨਾਸ਼ ਕਾਲ ਹੈ ਵਿਪਰੀਤ ਬੁੱਧੀ। ਉਹਨਾਂ ਦਾ ਬੀਜੇਪੀ ਦਾ ਹੁਣ ਵਿਨਾਸ਼ ਕਾਲ ਹੈ, ਉਹ ਛੇਤੀ ਖਤਮ ਹੋਣੇ ਵਾਲੇ ਨੇ। ਉਹ ਜਿਵੇਂ ਬੰਗਾਲ 'ਚ ਹਾਰੇ ਨੇ, ਯੂਪੀ 'ਚ ਵੀ ਹਾਰਨਗੇ। ਹੌਲੀ 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 ਪੂਰੇ ਭਾਰਤ 'ਚੋਂ ਸੱਤਾ 'ਚੋਂ ਚਲੇ ਜਾਣਗੇ। ਇਹ ਕਹਿ ਦੇਣਾ ਕਿ ਸਰਕਾਰ ਕਹਿੰਦੀ ਆ ਪੀਰ ਪੀਰ ਨੂੰ ਛੱਡ ਕੇ ਕੋਈ ਹੋਰ ਗੱਲ ਕਰਨੀ ਹੈ ਤੇ ਕਰ ਲਓ, ਇਹਦਾ ਮਤਲਬ ਇਹ ਹੈ ਕਿ ਸ਼ਰਤ ਰੱਖਦੇ ਨੇ। ਸ਼ਰਤਾਂ ਨਾਲ ਕਦੇ ਕੋਈ ਗੱਲਾਂ ਹੋਈਆਂ ਨੇ? ਕਈ ਮਹੀਨਿਆਂ ਦੀ ਖਾਮੋਸ਼ੀ ਤੋਂ ਬਾਅਦ ਦੁਬਾਰਾ ਇਹੋ ਜਿਹੇ ਆਸਾਰ ਨਜ਼ਰ ਆ ਰਹੇ ਆ ਕਿ ਕਿਸਾਨਾਂ ਦੇ ਵਿੱਚ ਔਰ ਸਰਕਾਰੀ ਆਗੂਆਂ ਦੇ ਵਿੱਚ ਗੱਲਬਾਤ ਹੋ ਸਕਦੀ ਹੈ। ਹਾਲਾਂਕਿ ਕਿਸਾਨਾਂ ਨੇ ਤਾਂ ਕਈ ਵਾਰ ਆਪਣੀ ਤਰਫ ਤੋਂ ਸੱਦਾ ਭੇਜਿਆ ਹੈ। ਹਾਲ ਹੀ ਦੇ ਵਿੱਚ ਇੱਕ ਚਿੱਠੀ ਲਿਖੀ ਸੀ ਕੇਂਦਰ ਸਰਕਾਰ ਨੂੰ ਕਿ ਗੱਲਬਾਤ ਕੀਤੀ ਜਾਵੇ। ਤਾਂ ਕੱਲ੍ਹ ਦੇਸ਼ ਦੇ ਕ੍ਰਿਸ਼ੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇੱਕ ਬਿਆਨ ਦਿੱਤਾ ਹੈ ਕਿ ਕਿਸਾਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ, ਪਰ ਸਾਡੇ ਨਾਲ ਕਾਨੂੰਨ ਰਿਪੀਲ ਕਰਨ ਦੀ ਯਾਨੀ ਕਿ ਰੱਦ ਕਰਨ ਦੀ ਕੋਈ ਗੱਲਬਾਤ ਨਾ ਕੀਤੀ ਜਾਵੇ। ਜੇ ਕੋਈ ਹੋਰ ਵਿਕਲਪ ਕਿਸਾਨ ਆਗੂਆਂ ਕੋਲ ਹੈਗਾ ਤਾਂ ਅਸੀਂ ਗੱਲਬਾਤ ਕਰ ਸਕਦੇ ਹਾਂ। ਇਸ ਬਿਆਨ ਨੂੰ ਕਿਸਾਨ ਆਗੂ ਜਾਂ ਕਿਸਾਨ ਕਿਸ ਤਰੀਕੇ ਦੇ ਨਾਲ ਲੈਂਦੇ ਆ, ਇਹ ਇੱਕ ਫਾਰਮੈਲਿਟੀ ਆ ਜਾਂ ਵਾਕਈ ਹੀ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਇਹ ਦਿਲ ਤੋਂ ਕਹੀ ਹੈ? ਗੱਲਬਾਤ ਕਰਦੇ ਹਾਂ। ਮੇਰੇ ਨਾਲ ਇਸ ਵਕਤ ਸਰਦਾਰ ਮਨਜੀਤ ਸਿੰਘ ਰਾਏ ਮੌਜੂਦ ਨੇ ਔਰ ਬਲਕਰਨ ਬਰਾੜ ਮੌਜੂਦ ਨੇ, ਕਿਸਾਨ ਆਗੂ ਨੇ। ਉਹ ਕਿਸ ਤਰ੍ਹਾਂ ਵੇਖਦੇ ਆ ਇਸ ਬਿਆਨ ਨੂੰ? ਸਭ ਤੋਂ ਪਹਿਲਾਂ ਜੀ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤਾਂ ਅੱਜ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਵਸ ਹੈ, 305ਵਾਂ ਸ਼ਹੀਦੀ ਦਿਵਸ ਹੈ, ਜਿਨ੍ਹਾਂ ਨੇ ਕਿਸਾਨਾਂ ਨੂੰ ਖੇਤਾਂ ਦੇ ਜ਼ਮੀਨਾਂ ਦੇ ਰਾਜੇ ਬਣਾਇਆ ਸੀਗਾ। ਤੇ ਕੱਲ੍ਹ ਇੱਕ ਬਿਆਨ ਆ ਜਾਂਦਾ ਕੇਂਦਰ ਸਰਕਾਰ ਵੱਲੋਂ, ਤੇ ਸਾਫ਼ ਤੌਰ ਦੇ ਉੱਤੇ ਉਹਨਾਂ ਨੇ ਪਹਿਲਾਂ ਹੀ ਕਹਿਤਾ ਕਿ ਰਿਪੀਲ ਕਰਨ ਦੀ, ਰੱਦ ਕਰਨ ਦੀ ਗੱਲ ਨਾ ਕਰਿਓ ਸਾਡੇ ਨਾਲ। ਜਦੋਂ ਕਿਸਾਨ ਆਗੂਆਂ ਦੇ ਨਾਲ ਗੱਲ ਕਰਦੇ ਆ ਉਹ ਪਹਿਲਾਂ ਹੀ ਕਹਿ ਦਿੰਦੇ ਆ ਵੀ ਸਾਡੇ ਤੋਂ ਰੱਦ ਕਰੇ ਤੋਂ ਬਗੈਰ ਕੋਈ ਗੱਲ ਨਾ ਕਰਿਓ ਸਾਡੇ ਨਾਲ। ਫਿਰ ਮਸਲਾ ਕਿੱਦਾਂ ਹੱਲ ਹੋਊਗਾ? ਇਸ ਤਰ੍ਹਾਂ ਹੈ ਜੀ ਕਿ ਦੇਖੋ ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਹੈ। ਨਰਿੰਦਰ ਮੋਦੀ ਨੂੰ ਇਹ ਲੱਗਦਾ ਹੈ ਕਿ ਮੈਂ ਰਵਾਂ ਨਾ ਰਵਾਂ ਮੇਰੀ ਜਿੱਦ ਰਹਿਣੀ ਚਾਹੀਦੀ ਹੈ। ਇਹ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਕਰਨੇ, ਸੱਤਾ ਭਾਵੇਂ ਚਲੀ ਜਾਵੇ। ਇਹਨੂੰ ਕਹਿੰਦੇ ਹੁੰਦੇ ਵਿਨਾਸ਼ ਕਾਲ ਹੈ ਵਿਪਰੀਤ ਬੁੱਧੀ। ਉਹਨਾਂ ਦਾ ਬੀਜੇਪੀ ਦਾ ਹੁਣ ਵਿਨਾਸ਼ ਕਾਲ ਹੈ, ਉਹ ਛੇਤੀ ਖਤਮ ਹੋਣੇ ਵਾਲੇ ਨੇ। ਉਹ ਜਿਵੇਂ ਬੰਗਾਲ 'ਚ ਹਾਰੇ ਨੇ, ਯੂਪੀ 'ਚ ਵੀ ਹਾਰਨਗੇ। ਹੌਲੀ 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 ਪੂਰੇ ਭਾਰਤ 'ਚੋਂ ਸੱਤਾ 'ਚੋਂ ਚਲੇ ਜਾਣਗੇ। ਸੋ ਇਸ ਕਰਕੇ ਇਹ ਬਿਆਨ ਆਇਆ, ਇਸ ਨੂੰ ਕਿੱਦਾਂ ਵੇਖਦੇ ਹੋ? ਤੁਹਾਡੀ ਚਿੱਠੀ ਦਾ ਰਿਐਕਸ਼ਨ ਹੈ ਜਾਂ ਉਹਨਾਂ ਨੇ ਇੱਦਾਂ ਹੀ ਬੋਲਤਾ? ਕਿਸੇ ਨੇ ਪੁੱਛਿਆ ਤਾਂ ਇੱਦਾਂ ਹੀ ਬੋਲਤਾ, ਮੂੰਹ 'ਚ ਆਇਆ ਜੋ ਬੋਲਤਾ? ਦੇਖੋ ਇਹਦੇ ਬਾਰੇ ਤਾਂ ਹੁਣ ਸਰਕਾਰ ਹੀ ਦੱਸ ਸਕਦੀ ਹੈ ਵੀ ਉਹਨਾਂ ਦਾ ਕੀ, ਇਹ ਕਹਿਣ ਦੇ ਨਾਲ ਕੀ ਉਹਨਾਂ ਦਾ ਮਤਲਬ ਨਿਕਲਦਾ ਹੈ, ਕਿਸ ਭਾਵ ਨਾਲ ਬੋਲੇ ਨੇ ਉਹ। ਪਰ ਸਾਨੂੰ ਇਹ ਲੱਗਦਾ ਹੈ ਕਿ ਉਹ ਸਾਨੂੰ ਥਕਾਉਣਾ ਚਾਹੁੰਦੇ ਨੇ, ਪਕਾਉਣਾ ਚਾਹੁੰਦੇ ਨੇ। ਪਰ ਉਹਨੂੰ ਭੁਲੇਖਾ ਹੈ ਵੀ ਕਿਸਾਨ ਕਦੇ ਨਾ ਥੱਕਦਾ ਤੇ ਨਾ ਅੱਕਦਾ। ਇਹ ਬੜਾ ਸਹਿਜਤਾ ਨਾਲ, ਠਰਮੇ ਨਾਲ ਔਰ ਬੜਾ ਸਬਰ ਵਾਲਾ ਹੈ, ਕਿਉਂਕਿ ਫਸਲ ਇਹਦੀ ਕਈ ਵਾਰੀ ਸਾਰੀ ਦੀ ਸਾਰੀ ਉੱਜੜ ਜਾਂਦੀ, ਖਰਾਬ ਹੋ ਜਾਂਦੀ, ਗੜੇ ਪੈ ਜਾਂਦੇ। ਇਹ ਫਿਰ ਫਸਲ ਵਾਹੁੰਦਾ ਹੈ, ਬੀਜਦਾ ਹੈ ਔਰ ਫਿਰ ਆਸ਼ਾ ਕਰਦਾ ਹੈ। ਸੋ ਇਸ ਕਰਕੇ ਇਹ ਸਬਰ ਵਾਲੀ ਕੌਮ ਹੈ। ਇਹਨਾਂ ਨੂੰ ਥਕਾਉਣਾ ਜਾਂ ਇਹਨਾਂ ਨੂੰ ਇਸ ਗੱਲ ਦੇ ਵਿੱਚ ਵੀ ਇਹ ਚਲੇ ਜਾਣਗੇ ਉੱਠ ਕੇ, ਇਹ ਸਰਕਾਰ ਦੀ ਗਲਤਫਹਿਮੀ ਹੈ। ਇਹ ਅੰਦੋਲਨ ਐਵੇਂ ਹੀ ਚੱਲੇਗਾ, ਚੜ੍ਹਦੀ ਕਲਾ 'ਚ ਰਹੇਗਾ ਔਰ ਲੰਬਾ ਚੱਲੇਗਾ। ਜਿੰਨਾ ਚਿਰ ਸਰਕਾਰ ਚਲਾਉਣਾ ਚਾਹੁੰਦੀ ਹੈ ਉਹਨਾਂ ਚਿਰ ਚੱਲੇਗਾ। ਇਹ ਕਹਿ ਦੇਣਾ ਕਿ ਸਰਕਾਰ ਕਹਿੰਦੀ ਆ ਪੀਰ ਪੀਰ ਨੂੰ ਛੱਡ ਕੇ ਕੋਈ ਹੋਰ ਗੱਲ ਕਰਨੀ ਹੈ ਤੇ ਕਰ ਲਓ, ਇਹਦਾ ਮਤਲਬ ਇਹ ਹੈ ਵੀ ਸ਼ਰਤ ਰੱਖਦੇ ਨੇ। ਸ਼ਰਤਾਂ ਨਾਲ ਕਦੇ ਕੋਈ ਗੱਲਾਂ ਹੋਈਆਂ ਨੇ? ਸਰਕਾਰ ਸ਼ਰਤਾਂ ਨਾਲ ਗੱਲ ਕਰਨੀ ਚਾਹੁੰਦੇ ਨੇ। ਇੱਕ ਪਾਸੇ ਤਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਅਸੀਂ ਬੜੇ ਸਰਕਾਰ ਨਾਲ ਗੱਲ ਕਰਨਾ ਚਾਹੁੰਦੇ, ਸਰਕਾਰ ਚਾਹੁੰਦੀ ਹੈ ਵੀ ਗੱਲ ਕਰਨਾ। ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਵੀ ਸਰਕਾਰ ਬੜੀ ਸੰਜੀਦਗੀ ਨਾਲ ਸੋਚ ਰਹੀ ਕਿਸਾਨਾਂ ਬਾਰੇ। ਪਰ ਇੱਕ ਪਾਸੇ ਸ਼ਰਤਾਂ ਰੱਖ ਰਹੇ ਨੇ, ਤੇ ਸ਼ਰਤਾਂ ਨਾਲ ਕਦੇ ਕੋਈ ਗੱਲ ਹੋਈ ਹੈ? ਇਹਦਾ ਮਤਲਬ ਹੈ ਕਿ ਉਹਨਾਂ ਨੂੰ ਆਪਣੀ ਜਿੱਦ ਪਿਆਰੀ ਹੈ। ਦੇਸ਼ ਦੇ ਕੋਈ ਲੋਕ, ਆਮ ਵਰਗ, ਦੇਸ਼ ਦੀ ਜਨਤਾ ਔਰ ਦੇਸ਼ ਦਾ ਕਿਸਾਨ, ਦੇਸ਼ ਦਾ ਅੰਨਦਾਤਾ, ਉਹਦੇ ਨਾਲ ਕਿਸੇ ਨਾਲ ਕੋਈ ਮੋਹ ਪਿਆਰ ਨਹੀਂ। ਟੌਂਗ ਕਰਦੇ ਨੇ, ਡਰਾਮਾ ਕਰਦੇ ਨੇ। ਸੋ ਇਹ ਸਾਰਾ ਹੁਣ ਸਮ ਖੁੱਲ੍ਹ ਕੇ ਨਜ਼ਰ ਆ ਰਿਹਾ, ਸਾਹਮਣੇ ਆ ਰਿਹਾ। ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਬਿਆਨ ਦਿੱਤੇ ਜਾ ਰਹੇ ਆ, ਇਹ ਲੱਗਦਾ ਕਿ ਇੱਕ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਤਾਂ ਆਪਣੀ ਅੜੀ ਤੇ ਅੜੇ ਹੋਏ ਆ, ਸਰਕਾਰ ਤਾਂ ਗੱਲਬਾਤ ਕਰਨ ਨੂੰ ਤਿਆਰ ਆ, ਪਰ ਕਿਸਾਨ ਨਹੀਂ ਮੰਨਦੇ? ਬਿਲਕੁਲ। ਜੇਕਰ ਅਸੀਂ ਬਿਆਨਾਂ ਦੀ ਗੱਲ ਕਰੀਏ ਤਾਂ ਨਰਿੰਦਰ ਮੋਦੀ ਨੇ ਪਹਿਲਾਂ ਕਿਸਾਨਾਂ ਬਾਰੇ ਬੋਲਦਿਆਂ ਹੋਏ ਇੱਕ ਵਾਰ ਕਿਹਾ ਸੀ ਕਿ ਸਿਰਫ ਇੱਕ ਕਾਲ ਦੀ ਲੋੜ ਹੈ, ਮੈਨੂੰ ਇੱਕ ਕਾਲ ਕਰੋ ਤੇ ਮੈਂ ਕਿਸਾਨਾਂ ਨਾਲ ਗੱਲਬਾਤ ਕਰ ਸਕਦਾ। ਕਿਸਾਨਾਂ ਨੇ ਸੋਚਿਆ ਵੀ ਸ਼ਾਇਦ ਸਾਡੇ ਤੇ ਦੋਸ਼ ਨਾ ਆਵੇ ਵੀ ਕਿਸਾਨ ਜਥੇਬੰਦੀਆਂ ਨੇ, ਸੰਯੁਕਤ ਮੋਰਚੇ ਨੇ, ਅਸੀਂ ਉਹਨਾਂ ਨੂੰ ਚਿੱਠੀ ਲਿਖੀ ਤੇ ਇਹ ਚਿੱਠੀ ਦਾ ਪ੍ਰਧਾਨ ਮੰਤਰੀ ਨੇ ਕੋਈ ਹਾਲੇ ਤੱਕ ਕੋਈ ਸਾਰਥਕ ਉਹਦਾ ਜਵਾਬ ਨਹੀਂ ਆਇਆ। ਜਿੱਥੋਂ ਤੱਕ ਨਰਿੰਦਰ ਤੋਮਰ ਦੇ ਬਿਆਨ ਦੀ ਗੱਲ ਹੈ,
ਨਰਿੰਦਰ ਤੋਮਰ ਬਾਰੇ ਪਹਿਲਾਂ ਵੀ ਮੀਡੀਆ 'ਚ ਅਸੀਂ ਕਹਿ ਚੁੱਕੇ ਹਾਂ। ਹੁਣ ਅੱਜ ਫਿਰ ਮੈਂ ਤੁਹਾਡੇ ਮੀਡੀਆ ਰਾਹੀਂ ਗੱਲ ਕਹਿਣੀ ਚਾਹੁੰਦਾ ਵੀ ਨਰਿੰਦਰ ਤੋਮਰ ਸਿਰੇ ਦਾ ਝੂਠਾ ਬੰਦਾ ਹੈ। ਹਰ ਗੱਲ ਜਿਹੜੀ ਉਹ ਬਾਹਰ ਬੋਲਦਾ ਅੰਦਰ ਹੋਰ ਕੁਝ ਮੰਨੀ ਹੁੰਦੀ ਹੈ। ਜਿਹੜੇ ਕਾਨੂੰਨਾਂ ਬਾਰੇ ਪਹਿਲਾਂ ਤਾਂ ਉਹਨੇ ਅੱਜ ਦੇ ਬਿਆਨ ਜਿਹੜਾ ਦਿੱਤਾ ਹੈ ਉਹ ਬੋਲਦਿਆਂ ਹੋਇਆ ਇਹ ਕਿਹਾ ਵੀ ਖੇਤੀ ਕਾਨੂੰਨ ਤਾਂ ਚੰਗੇ ਆ, ਇਹ ਤਾਂ ਬਿਹਤਰੀ ਵਾਸਤੇ ਬਣਾਏ ਗਏ ਆ। ਰਿਪੀਲ ਵਾਲੀ ਗੱਲ ਤਾਂ ਉਹ ਬਾਅਦ 'ਚ ਕਰਦਾ ਹੈ, ਉਹਦਾ ਕਾਨੂੰਨ ਚੰਗੇ ਹੋਣ ਦੀ ਗੱਲ ਕਰਦਾ ਹੈ। ਪਰ ਮੈਂ ਉਸ ਦੇ ਇਸ ਬਿਆਨ ਤੋਂ ਉਸ ਭਲੇ ਮਾਨਸ ਨੂੰ ਇਹ ਪੁੱਛਣਾ ਚਾਹੁੰਦਾ ਹੈ ਵੀ ਜੇ ਕਾਨੂੰਨ ਚੰਗੇ ਹੈ ਤਾਂ ਕਾਨੂੰਨਾਂ 'ਚ ਸੋਧਾਂ ਕਰਨ ਵਾਸਤੇ ਤੁਸੀਂ 11 ਮੀਟਿੰਗਾਂ ਤੇ ਕਿਉਂ ਜ਼ੋਰ ਲਾਤਾ। ਇੱਥੋਂ ਤੱਕ ਕਿ ਨਰਿੰਦਰ ਤੋਮਰ ਨੇ ਇਹ ਵੀ ਮੰਨਿਆ ਵੀ ਇਹਨਾਂ 'ਚ ਸਾਤੋਂ ਬਹੁਤ ਗਲਤੀਆਂ ਹੋਈਆਂ। ਇੱਥੋਂ ਤੱਕ ਅਸੀਂ ਪਾਰਲੀਮੈਂਟ ਦੀ ਕਾਰਵਾਈ ਲਿਆ ਕੇ ਉਹਨਾਂ ਨੂੰ ਇਹ ਵੀ ਮਨਾਇਆ ਵੀ ਇਹ ਕਾਨੂੰਨ ਹੈ ਜਿਹੜੇ ਇਹ ਰਾਜਾਂ ਦੇ ਨੇ, ਕੇਂਦਰ ਦਾ ਕੋਈ ਅਧਿਕਾਰ ਹੀ ਨਹੀਂ ਬਣਦਾ ਕਾਨੂੰਨ ਬਣਾਉਣ ਤੇ, ਜਦੋਂ ਕਿ ਪਹਿਲਾਂ ਮੰਨ ਨਹੀਂ ਰਹੇ ਸੀ। ਤੇ ਉਹਨਾਂ ਦੇ ਸਾਹਮਣੇ ਜਦੋਂ ਪਾਰਲੀਮੈਂਟ ਦੀ ਕਾਰਵਾਈ ਰੱਖੀ ਵੀ ਕਾਨੂੰਨ ਪੇਸ਼ ਕਰਨ ਵੇਲੇ ਪਾਰਲੀਮੈਂਟ ਦੇ ਵਿੱਚ ਨਰਿੰਦਰ ਤੋਮਰ ਨੇ ਇਹ ਕਿਹਾ ਸੀ ਵੀ ਇਹ ਵਿਸ਼ਾ ਤਾਂ ਰਾਜਾਂ ਦਾ ਹੈ ਪਰ ਅਸੀਂ ਕਿਸਾਨਾਂ ਦੀ ਬਿਹਤਰੀ ਵਾਸਤੇ ਬਣਾ ਰਹੇ ਹਾਂ। ਫਿਰ ਉਹ ਮੰਨੇ, ਅਗਲੀ ਗੱਲਬਾਤ ਮੰਨ ਗਏ ਸੀਗੇ, ਉਹ ਮੰਨ ਕੇ ਬਿਲਕੁਲ ਮੰਨੇ ਹੋਏ ਆ ਗੱਲ। ਇਸ ਗੱਲ ਕਰਕੇ ਵੀ ਅੰਦਰ ਦੀਆਂ ਮੀਟਿੰਗਾਂ ਦੀ ਚਾਹੀਦਾ ਸਰਕਾਰ ਨੂੰ ਅਸੀਂ ਮੰਗ ਕਰਦੇ ਹਾਂ ਵੀ ਉਹਦੀ ਜਿਹੜੀ ਵੀਡੀਓਗ੍ਰਾਫੀ ਕਰਵਾਈ ਗਈ ਹੈ ਉਹ ਲੋਕਾਂ ਨੂੰ ਦਿਖਾਵੇ ਵੀ ਸਾਨੂੰ ਅੰਦਰ ਕੀ ਕਹਿੰਦੇ ਆ, ਬਾਹਰ ਲੋਕਾਂ ਨੂੰ ਕੀ ਕਹਿੰਦੇ ਆ। ਇਹ ਸਰਕਾਰ ਤੁਹਾਡੀ ਵੀਡੀਓਗ੍ਰਾਫੀ ਵੀ ਹੁੰਦੀ ਰਹੀ ਆ, ਬਿਲਕੁਲ ਸਰਕਾਰ ਕਰਦੀ ਰਹੀ ਆ। ਇਹ ਜਿਹੜੇ ਬਿਆਨ ਨੇ ਇਹਨਾਂ ਦੇ ਬਿਲਕੁਲ ਬਖਲਾੜ ਦੇ ਨਤੀਜੇ ਨੇ, ਉਹਦੇ ਬਖਲਾੜ ਜਿਹੜੇ ਅੰਦਰ ਸਰਕਾਰ ਦੇ ਆਈ ਹੋਈ ਹੈ। ਇਹ ਜੀ ਕੋਈ ਗੱਲ ਨਹੀਂ, ਸਰਕਾਰ ਕੰਬ ਰਹੀ ਹੈ ਤੇ ਸਰਕਾਰ ਹੁਣ ਬਹਾਨੇ ਭਾਲ ਰਹੀ ਹੈ ਕਿਸੇ ਤਰੀਕੇ ਦੇ ਨਾਲ। ਜਿਵੇਂ ਕਿ ਕੋਈ ਬੰਦਾ ਰੁੱਸ ਕੇ ਘਰੋਂ ਚਲਾ ਜਾਂਦਾ ਹੈ ਤੇ ਆਖਰਕਾਰ ਉਹਦੇ ਕੋਲੇ ਬਹਾਨਾ ਨਹੀਂ ਹੁੰਦਾ ਤੇ ਉਹ ਗਧੇ ਦੇ ਗਲ ਲੱਗ ਕੇ ਘਰੇ ਆ ਜਾਂਦਾ ਵੀ ਮੈਨੂੰ ਤਾਂ ਗਧਾ ਲਿਆ ਆ। ਹੁਣ ਇਹਨਾਂ ਕੋਲੇ ਉਧਰੋਂ ਕਾਰਪੋਰੇਟ ਨੇ ਗਿੱਚੀ ਫੜੀ ਹੋਈ ਹੈ ਤੇ ਕਿਸਾਨਾਂ ਦਾ ਦਬਾਅ ਇੰਨਾ, ਪ੍ਰੈਸ਼ਰ ਇੰਨਾ ਅੰਦੋਲਨ ਦਾ, ਪੂਰੀ ਦੁਨੀਆ 'ਚ ਇਹਨਾਂ ਦੀ ਥੂ ਥੂ ਹੋ ਰਹੀ ਹੈ। ਅੰਦੋਲਨ ਦੀ ਜਿਹੜੀ ਇਹ ਇਕੱਲੀ ਅੰਦੋਲਨ ਦੇ ਦੇਸ਼ ਦੇ ਕੋਨੇ-ਕੋਨੇ 'ਚ ਨਹੀਂ ਗੂੰਜ ਪਈ, ਦੁਨੀਆ ਦੀਆਂ ਪਾਰਲੀਮੈਂਟਾਂ ਦੇ ਵਿੱਚ ਬਿਆਨ ਹੋਏ, ਯੂਐਨਓ ਤੱਕ ਬਿਆਨ ਆਏ, ਇੰਗਲੈਂਡ ਕੈਨੇਡਾ ਦੇ ਪਾਰਲੀਮੈਂਟ ਮੈਂਬਰਾਂ ਦੇ, ਪ੍ਰਧਾਨ ਮੰਤਰੀਆਂ ਦੇ ਬਿਆਨ ਆਏ ਹੈ ਤੇ ਇਸ ਤੇ ਇਹਨਾਂ ਨੂੰ ਜਵਾਬ ਹੈ ਦੇਣਾ ਪੈਣਾ ਹੈ। ਇੱਥੋਂ ਤੱਕ ਕਿ ਸਾਡੇ 500 ਜਿਹੜੇ ਕਿਸਾਨ ਸ਼ਹੀਦ ਹੋ ਗਏ ਉਹਨਾਂ ਦੀਆਂ ਸ਼ਹੀਦੀਆਂ ਅਜਾਈ ਨਹੀਂ ਜਾਣਗੀਆਂ ਤੇ ਸਰਕਾਰ ਹੈ ਜਿਹੜੀ ਅੰਦਰੋਂ ਕੰਬ ਰਹੀ ਹੈ। ਖਾਸ ਕਰਕੇ ਇਲੈਕਸ਼ਨ ਜਿਹੜੇ ਹੋਏ ਨੇ ਬੀਤੇ ਰਾਜਾਂ ਦੇ ਵਿੱਚ ਉਹਨਾਂ 'ਚ ਭਾਰੀ ਕਰਾਰੀ ਹਾਰ ਹੋਈ ਹੈ। ਸਭ ਤੋਂ ਵੱਡੀ ਹਾਰ ਇਹਨਾਂ ਦੀ ਦੋ ਸਰਕਾਰਾਂ ਕੇਂਦਰ ਦੀ ਤੇ ਯੂਪੀ ਦੀ ਹੋਣ ਦੇ ਬਾਵਜੂਦ ਵੀ ਯੂਪੀ ਦੇ ਵਿੱਚ ਪੰਚਾਇਤ ਚੋਣਾਂ ਹਾਰ ਗਏ। ਕੋਈ ਵੀ ਸਟੇਟ ਸਰਕਾਰ ਦੇ ਹੁੰਦਿਆਂ ਕਦੇ ਵੀ ਕੋਈ ਪੰਚਾਇਤ ਚੋਣਾਂ ਕੋਈ ਵੀ ਸਰਕਾਰ ਨਹੀਂ ਹਾਰਦੀ ਹੁੰਦੀ, ਕੋਈ ਜਿਮਨੀ ਚੋਣ ਨਹੀਂ ਹਾਰਦੀ ਹੁੰਦੀ। ਜੇਕਰ ਪੰਚਾਇਤ ਚੋਣਾਂ ਤੇ ਜਿਮਨੀ ਚੋਣਾਂ ਵੀ ਕੋਈ ਪਾਰਟੀ ਦੀ ਸਰਕਾਰ ਹੈ ਜਿਹੜੀ ਸਟੇਟ ਦੀ ਜਾਂ ਸੈਂਟਰ ਦੀ ਉਹ ਹਾਰਦੀ ਹੈ, ਇਹਦਾ ਮਤਲਬ ਉਹਦਾ ਅੰਤ ਕਲੀਅਰ ਹੈ। ਆਉਣ ਜ਼ਮੀਨੀ ਹਕੀਕਤ ਦੇ ਉੱਤੇ, ਜ਼ਮੀਨੀ ਪੱਧਰ ਦੇ ਉੱਤੇ ਆਪਣੀ ਪਕੜ ਜਿਹੜੀ ਹੈ ਬੀਜੇਪੀ ਗਵਾਉਂਦੀ ਜਾ ਰਹੀ ਹੈ। ਬਿਲਕੁਲ, ਤੁਸੀਂ ਇਸ ਗੱਲ ਨੂੰ ਇਹ ਬੜਾ ਪ੍ਰਚਾਰ ਕਰ ਰਹੇ ਆ ਵੀ ਮੋਰਚਿਆਂ ਦੇ ਉੱਤੇ ਪੰਜਾਬ ਦੇ ਲੋਕ ਹੈ, ਹਰਿਆਣੇ ਦੇ ਲੋਕ ਹੈ। ਇਹ ਅੰਦੋਲਨ ਹੈ ਜਿਹੜਾ ਹੁਣ ਇਹ ਇਕੱਲਾ ਮੋਰਚਿਆਂ ਦੇ ਨਹੀਂਗਾ, ਅੰਦੋਲਨ ਤਾਂ ਦੇਸ਼ ਵਾਸੀਆਂ ਦੇ ਮਨ ਦੇ ਵਿੱਚ ਹੈ। ਇਕੱਲੇ ਜਿਹੜੇ ਲੋਕ ਗਰੀਬ ਹੈ, ਮਜ਼ਦੂਰ ਹੈ, ਛੋਟਾ ਕਿਸਾਨ ਹੈ, ਇੱਕ ਠੇਕੇ ਦੀ ਖੇਤੀ ਵਾਲਾ ਜਿਹੜਾ ਦਿੱਲੀ ਨਹੀਂ ਆ ਸਕਦਾ, ਨਹੀਂ ਰਹਿ ਸਕਦਾ, ਇੱਥੋਂ ਤੱਕ ਕਿ ਮੁਲਾਜ਼ਮ ਹੈ, ਹੋਰ ਮਤਲਬ ਕਿ ਦੂਜੇ ਵਰਗਾਂ ਦੇ ਲੋਕ ਹੈ ਜਿਵੇਂ ਕਿ ਹੁਣ ਬੜੇ ਤੰਗ ਆ ਇਹਨਾਂ ਨੂੰ, ਇਕੱਲੇ ਇਹਨਾਂ ਖੇਤੀ ਬਿੱਲਾਂ ਨੂੰ ਲੈ ਕੇ ਨਹੀਂ ਸੁਚੇਤ ਹੋਏ। ਪੈਟਰੋਲ ਤੇ ਡੀਜ਼ਲ ਦੇ ਕੀ ਰੇਟ ਹੈ, 100 ਤੋਂ ਉੱਪਰ ਚਲੇ ਗਏ, ਹਰ ਪਾਸੇ ਅਫਰਾ ਤਫਰੀ ਹੈ। ਉਹਨਾਂ ਨੇ ਇਹਨਾਂ ਨੂੰ ਸਬਕ ਸਿਖਾਉਣ ਦਾ ਮਨ ਹੈ ਜਿਹੜਾ ਬਣਾਇਆ ਹੋਇਆ, ਲੋਕ ਉਡੀਕ ਰਹੇ ਆ। ਤੇ ਹੁਣ ਤੁਸੀਂ ਪਿਛਲੇ ਦਿਨਾਂ 'ਚ ਇਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਇਹਨਾਂ ਦੀ ਜਿਹੜੀ ਮਾਂ ਹੈ ਜਿਹੜੀ ਆਰਐਸਐਸ ਬੀਜੇਪੀ ਦੀ, ਉਹਦੇ ਅੰਦਰ ਬੜੀ ਹਲਚਲ ਹੈ। ਜੋਗੀ ਤੇ ਮੋਦੀ ਦਾ ਪੰਗਾ ਪਿਆ ਹੋਇਆ ਹੈ। ਇੱਕ ਇਹਨਾਂ ਨੂੰ ਐ ਲੱਗਦਾ ਵੀ ਮੋਦੀ ਨੂੰ ਨਾਮ ਬਦਲਿਆ ਜਾਵੇ, ਜੋਗੀ ਨੂੰ ਬਦਲ ਕੇ ਡੰਗ ਲਾ ਲਿਆ ਜਾਵੇ, ਵੀ ਇੱਕ ਉਹਦੇ ਦੇ ਸਿਰ ਕੋਈ ਤੋੜਾ ਝਾੜ ਦਿੱਤਾ ਜਾਵੇ ਯੂਪੀ ਦੀਆਂ ਹਾਰ ਦਾ। ਚਲੋ ਬੰਗਾਲ ਦੇ ਵਿੱਚ ਤਾਂ ਇਹਨਾਂ ਦੀ ਸਰਕਾਰ ਹੈ ਨਹੀਂ ਸੀ ਪਹਿਲਾਂ। ਇਸ ਗੱਲ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਾਰਥਕ ਰਿਜ਼ਲਟ ਦੇਖੋਗੇ। ਇਹਨਾਂ ਨੂੰ ਝੁਕਣਾ ਪੈਣਾ ਹੈ। ਇਹਨਾਂ ਨੇ ਸਾਨੂੰ ਗੱਲਬਾਤਾਂ ਦੇ ਦੌਰਾਨ ਇੱਥੋਂ ਤਾਂ ਹੀ ਕਿਹਾ ਸੀ ਵੀ ਜਿਹੜਾ ਮਠਿਆਈ ਵਾਲਾ ਡੱਬਾ ਹੈ ਇਹਦੇ ਵਿੱਚੋਂ ਸਾਰੀ ਮਠਿਆਈ ਤੁਸੀਂ ਕੱਢ ਲਓ, ਖਾਲੀ ਡੱਬਾ ਸਾਡਾ ਰਹਿਣ ਦਿਓ। ਇਹ ਗੱਲਾਂ ਕਹੀਆਂ ਹੋਈਆਂ ਨੇ ਸਾਨੂੰ, ਅਸੀਂ ਝੂਠ ਨਹੀਂ ਬੋਲਦੇਗੇ। ਤੇ ਨਰਿੰਦਰ ਤੋਮਰ ਹੈ ਜਿਹੜਾ ਬਿਲਕੁਲ ਝੂਠਾ ਬੰਦਾ ਹੈ। ਉਹ ਅੰਦਰ ਹੋਰ ਗੱਲ ਕਰਦਾ ਸੀ, ਗੱਲਬਾਤ ਤੋਂ ਬਾਹਰ ਆ ਕੇ ਵੀ ਹੋਰ ਗੱਲ ਕਰਦਾ ਸੀ, ਅੰਦਰ ਹੋਰ ਮੰਨਦਾ ਸੀ। ਇਸ ਗੱਲ ਕਰਕੇ ਅਸੀਂ ਇਹ ਬਹੁਤ ਵਾਰੀ ਇਹ ਗੱਲਾਂ ਮੀਡੀਆ 'ਚ ਦੁਹਰਾ ਚੁੱਕੇ ਹਾਂ, ਸਾਰੇ ਚੈਨਲਾਂ ਤੇ। ਤੁਸੀਂ ਲਗਾਤਾਰ, ਤੁਹਾਡਾ ਧੰਨਵਾਦ ਵੀ ਹੈ ਅਕਾਲ ਚੈਨਲ ਦਾ ਮੈਂ ਕਰੂੰਗਾ ਵੀ ਤੁਸੀਂ ਲਗਾਤਾਰ ਸਾਡੇ ਨਾਲ ਪਿਛਲੇ ਘੱਟੋ ਘੱਟ ਵੀ 6 ਮਹੀਨੇ ਤਾਂ ਦਿੱਲੀ ਹੋ ਗਏ, 6.5, ਉਸ ਤੋਂ ਪਹਿਲਾਂ ਤੋਂ ਵੀ 2-3 ਮਹੀਨੇ ਪੰਜਾਬ 'ਚੋਂ ਤੁਸੀਂ ਚੱਲੇ ਹੋਏ ਹੋ, ਜੁੜੇ ਹੋਏ ਹੋ। ਤੇ ਤੁਸੀਂ ਵੀ ਜਿੰਨੀ ਬਖੂਬੀ ਨਾਲ ਅਸੀਂ ਗੱਲ ਸਮਝਦੇ ਆ, ਤੁਸੀਂ ਵੀ ਸਰਕਾਰ ਨੂੰ ਸਮਝ ਰਹੇ ਹੋ। ਤੇ ਇਸ ਗੱਲ ਕਰਕੇ ਸਰਕਾਰ ਹੁਣ ਗੋਡਿਆਂ ਪਰਨੇ ਆਉਣ ਵਾਲੀ ਹੈ। ਪੂਰੇ ਦੇਸ਼ ਦੇ ਵਿੱਚ ਇਹਨਾਂ ਦਾ ਵਿਰੋਧ ਹੋ ਰਿਹਾ ਹੈ। ਹਰਿਆਣੇ ਦਾ ਮਾਮਲਾ ਹੈ,
ਮਤਲਬ ਕਿ ਤੁਰੰਤ ਤਤਕਾਲੀਨ ਮਾਮਲਾ ਇੱਕ ਉਹਦੇ 'ਚ ਨਹੀਂ ਤੁਸੀਂ ਦੇਖਿਆ ਵੀ ਹਰਿਆਣੇ 'ਚ ਇਹਨਾਂ ਨੇ ਇੱਕ ਹੁਣ ਚਾਲ ਚੱਲੀ ਸੀ ਜਿਹੜੀ ਜਦੋਂ ਸਾਰੀਆਂ ਇਹਨਾਂ ਦੀਆਂ ਸਾਜ਼ਿਸ਼ਾਂ ਫੇਲ ਹੁੰਦੀਆਂ ਗਈਆਂ ਇਹਨਾਂ ਨੇ ਦੇਖਿਆ ਵੀ ਇਤਿਹਾਸ ਤੋਂ ਮਤਲਬ ਆਪਾਂ ਇਤਿਹਾਸ ਤੋਂ ਹਰ ਇੱਕ ਬੰਦਾ ਸਬਕ ਸਿੱਖਦਾ ਹੈ। ਇਹਨਾਂ ਨੇ ਸੋਚਿਆ ਵੀ ਇਤਿਹਾਸ ਤੋਂ ਕਈ ਤਾਂ ਸਬਕ ਲੈ ਕੇ ਪੋਜ਼ਿਟਿਵ ਵੱਧਦੇ ਆ ਤੇ ਕਈ ਨੈਗੇਟਿਵ ਪਰਸਨ ਹੁੰਦੇ ਆ ਵੀ ਜਿਵੇਂ ਹਰਿਆਣੇ ਦੇ ਵਿੱਚ ਕਈ ਅੰਦੋਲਨਾਂ ਦੇ ਵਿੱਚ ਜਿਵੇਂ ਜਾਟ ਅੰਦੋਲਨ ਹੋਏ ਉਹਨਾਂ ਦੇ ਵਿੱਚ ਇਹਨਾਂ ਨੇ ਹਿੰਸਕ ਕਰਵਾਤੇ ਉਹ ਲੋਕਾਂ ਨੂੰ ਭੜਕਾ ਕੇ। ਇਹਨਾਂ ਨੇ ਸੋਚਿਆ ਵੀ ਕਿਸਾਨ ਅੰਦੋਲਨ ਨੂੰ ਜੇ ਹਿੰਸਕ ਕਰਵਾਇਆ ਜਾ ਸਕਦਾ ਹੈ, ਮੋਰਚਿਆਂ ਦੇ ਪੰਜਾਬ ਦੀ ਬਹੁ ਗਿਣਤੀ ਬੈਠੀ ਹੈ ਇਹ ਤਾਂ ਨਹੀਂ ਕਰਦੇ, ਇਹ ਤਾਂ ਪੱਕੇ ਹੋ ਗਏ, ਇਹ ਤਾਂ ਜੰਮ ਗਏ, ਮੋਰਚਾ ਸਥਿਰ ਹੋ ਗਿਆ। ਹੁਣ ਹਰਿਆਣੇ 'ਚ ਹੀ ਹਿੰਸਕ ਕਰਵਾ ਦਿਓ। ਪਰ ਹਰਿਆਣੇ ਵਾਲੇ ਲੋਕ ਵੀ ਬੜੀ ਤੇਜ਼ੀ ਤੇ ਬੜੇ ਸਹਿਜ ਤਰੀਕੇ ਨਾਲ ਉਹਨਾਂ ਨੇ ਇਸ ਅੰਦੋਲਨ ਨੂੰ, ਮੈਂ ਦਾਦ ਦੇਣੀ ਚਾਹੁੰਦਾ, ਧੰਨਵਾਦ ਕਰਦਾ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਦਾ, ਆਗੂਆਂ ਦਾ। ਉਹਨਾਂ ਨੇ ਬੜੇ ਇਸ ਮਤਲਬ ਕਿ ਜਿਹੜਾ ਅੱਗ ਦਾ ਦਰਿਆ ਉਹਨੇ ਸਰਕਾਰ ਨੇ ਖੜਾ ਕੀਤਾ ਸੀ ਲੋਕਾਂ ਨੂੰ ਭੜਕਾ ਕੇ ਵੀ ਲੜਾਉਣ ਦਾ ਜਾਂ ਪ੍ਰਾਪਰਟੀਆਂ ਨੂੰ ਅੱਗਾ ਲਵਾਉਣ ਦਾ, ਜਿੱਧਰ ਨੂੰ ਉਹ ਲਿਜਾਣਾ ਚਾਹੁੰਦੇ ਸੀ। ਮੈਂ ਸਮਝਦਾ ਇਹ ਸਾਜ਼ਿਸ਼ ਵੀ ਉਹਨਾਂ ਦੀ ਫੇਲ ਹੋ ਗਈ। ਤੇ ਅੱਛਾ ਮੈਨੂੰ ਇਹ ਦੱਸੋ ਵੀ ਅੱਜ 9 ਤਰੀਕ ਹੋ ਚੁੱਕੀ ਹੈ, ਕੱਲ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੈ ਪੰਜਾਬ ਦੇ ਵਿੱਚ, ਡੇਟ ਵੀ ਆਈ ਹੋਈ ਹੈ, ਸਾਰੀ ਬਿਜਲੀ ਪਾਣੀ ਸਾਰਾ ਉੱਥੇ ਸ਼ੁਰੂ ਹੋ ਜਾਣਾ ਹੈਗਾ। ਉਹਦਾ ਕਿੰਨਾ ਕੁ ਅਸਰ ਇਹ ਮੋਰਚਾ ਕਬੂਲੂਗਾ ਵੀ ਝੋਨਾ ਲੱਗਣਾ ਹੈਗਾ, ਕਿੰਨਾ ਕੁ ਅਸਰ ਪਊਗਾ ਇਸ ਮੋਰਚੇ ਦੇ ਉੱਤੇ? ਦੇਖੋ ਅਸੀਂ ਇਸੇ ਕਰਕੇ ਤਾਂ ਹੁਣ ਜਿਹੜੇ ਕਾਫਲੇ ਆ ਰਹੇ ਸਨ ਕਿ ਕਣਕ ਦੀ ਵਾਢੀ ਤੇ ਕਿਸਾਨ ਗਏ ਵੱਢ ਕੇ ਫਸਲ ਦਿੱਲੀ ਪਰਤ ਆਏ, ਹੁਣ ਜਾਣਗੇ, ਕੋਈ ਗੱਲ ਨਹੀਂ, ਇਹਦੇ ਵਿੱਚ ਕੋਈ ਪਰਵਾਹ ਨਹੀਂ। ਮੈਂ ਬਹੁਤ ਵਾਰ ਸਟੇਜ ਤੋਂ ਆਖਿਆ ਕਿ ਇੱਕ ਜਿਹੜਾ ਸਿੰਘ ਹੈ ਉਹ 1.25 ਲੱਖ ਤੇ ਭਾਰੂ ਹੈ, ਔਰ ਇਹ ਘੱਟ ਗਿਣਤੀ ਨਾ ਜਾਣੋ, ਜਿੰਨੇ ਇੱਥੇ ਬੈਠੇ ਨੇ ਉਹ ਉਨੇ 1.25 ਲੱਖ ਗਿਣ ਲਓ। ਤੇ ਇਸ ਕਰਕੇ ਕੋਈ ਘਬਰਾਉਣ ਦੀ ਗੱਲ ਨਹੀਂ। ਜੇ ਜਾਣਗੇ ਝੋਨਾ ਲਾਉਣ ਤੇ ਉਹ ਐਸੇ ਤਾਂ ਅਸੀਂ ਉਹਨਾਂ ਨੂੰ ਕਿਹਾ ਬਾਰੀਆਂ ਪਾਈਆਂ ਹੋਈਆਂ ਨੇ, ਬਾਰੀ ਸਿਰ ਝੋਨਾ ਲਗਾਓ ਤੇ ਉਸੇ ਤਰ੍ਹਾਂ ਬਾਰੀ ਸਿਰ ਆਉਂਦੇ ਰਹੋ। ਪਰ ਜੇਕਰ ਥੋੜੀ ਬਹੁਤ ਸੰਖਿਆ ਘਟਦੀ ਵੀ ਹੈ ਤੇ ਉਹ 15-20 ਦਿਨ ਦਾ ਖੇਲ ਹੈ, ਝੋਨਾ ਲੱਗ ਜਾਏਗਾ ਫਿਰ ਪਰਤ ਆਉਣਗੇ। ਔਰ ਇਹ ਉਹਨਾਂ ਚਿਰ ਪਿੱਛੇ ਨਹੀਂ ਹਟਣਗੇ ਜਿੰਨਾ ਚਿਰ ਤਿੰਨੋਂ ਕਾਨੂੰਨ ਰੱਦ ਨਹੀਂ ਸਰਕਾਰ ਕਰ ਦਿੰਦੀ। ਇਹ ਬਿਲਕੁਲ ਅੰਦੋਲਨ ਜਿੱਤ ਕੇ ਮੁੜਾਂਗੇ, ਐ ਨਹੀਂ ਡੇਰੇ ਚੱਕਦੇ। ਜਿੱਦਾਂ ਬਲਕਰਨ ਜੀ ਨੇ ਹੁਣੇ ਗੱਲ ਕੀਤੀ ਸੀ, ਕਹਿੰਦੇ ਵੀ ਬੰਦਾ ਆਪ ਤਾਂ ਨਹੀਂ ਆਪਣੇ ਸਿਰ ਲੈ ਕੇ ਲੈਂਦਾ ਕੋਈ ਚੀਜ਼, ਕਹਿੰਦਾ ਗਧੇ ਨੂੰ ਕਹਿ ਜਾਂਦਾ ਮੈਂ ਤਾਂ ਗਧਾ ਲਿਆ ਆਇਆ ਸੀਗਾ। ਮੰਨਦੇ ਹੋ ਵੀ ਕੋਈ ਹੋਰ ਮੀਡੀਓਕਰ ਬਣ ਸਕਦਾ ਹੈਗਾ? ਚਲੋ ਕਿ ਬਣ ਵੀ ਜਾਵੇ ਤਾਂ ਉਹਦਾ ਹੀ ਭਲਾ ਹੋਊਗਾ ਕਿ ਇਹ ਜਿਹੜਾ ਮਸਲਾ ਇਸ ਵਕਤ ਰੇੜਕਾ ਬਣਿਆ ਹੋਇਆ ਸਰਕਾਰ ਦੇ ਵਿੱਚ ਔਰ ਕਿਸਾਨਾਂ ਦੇ ਵਿੱਚ, ਕੋਈ ਹੋਰ ਤੁਹਾਨੂੰ ਲੱਗਦਾ ਵੀ ਕੋਈ ਹੋਰ ਤੀਜੀ ਧਿਰ ਹੈਗੀ ਹੈ ਕੋਈ ਮਸਲਾ ਹੱਲ ਕਰਾ ਦੇ? ਨਹੀਂ, ਜੋ ਮੈਨੂੰ ਲੱਗਦਾ ਹੈ ਇਹ ਸਰਕਾਰ ਦੀ ਪਾਲਿਸੀ ਹੁੰਦੀ ਹੈ। ਜਿਹੜਾ ਬਲਕਰਨ ਜੀ ਨੇ ਗੱਲ ਕਹੀ ਉਹਦੇ ਨਾਲ ਹੀ ਜੁੜਦੀ ਗੱਲ ਹੈ ਕਿ ਹੌਲੀ ਹੌਲੀ ਆਉਣਗੇ। ਇਹ ਤਾਂ ਨਰਿੰਦਰ ਜਿਹੜਾ ਤੋਮਰ ਉਹ ਝੂਠਾ ਬੰਦਾ, ਪਰ ਤੁਸੀਂ ਵੇਖਿਆ ਹੋਊਗਾ ਪਿਛਲੇ 2 ਦਿਨ ਪਹਿਲਾਂ ਪੰਜਾਬ ਦੇ ਵਿੱਚ ਅਨਿਲ ਜੋਸ਼ੀ ਔਰ ਜਿਹੜੇ ਮਦਨ ਮੋਹਨ ਮਿੱਤਲ ਜੀ ਨੇ ਉਹਨਾਂ ਦੇ ਬਿਆਨ ਸੁਣੇ ਹੋਣਗੇ। ਉਹ ਕਹਿੰਦੇ ਵੀ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਮਕਾਉਣਾ ਚਾਹੀਦਾ ਇਹਨੂੰ। ਇਹ ਮਤਲਬ ਜਦੋਂ ਬੀਜੇਪੀ ਦੀ ਸੁਰ ਬੋਲਣ ਲੱਗ ਪਈ, ਇਹ ਹੁਣ ਕਰਨਗੇ ਇੱਦਾਂ। ਜਦੋਂ ਇਹਨੇ ਮਕਾਉਣਾ ਹੋਇਆ ਫਿਰ ਪੰਜਾਬ ਤੇ ਹਰਿਆਣੇ ਦੇ ਆਗੂ ਨੂੰ ਅੱਗੇ ਲਿਆਉਣਗੇ, ਕਿਉਂਕਿ ਉਹਨਾਂ ਨੇ ਘਰਾਂ 'ਚ ਜਾਣਾ ਹੈ। ਉਹ ਕਿਹੜਾ ਮੂੰਹ ਲੈ ਕੇ ਜਾਣਗੇ? ਕਿਉਂਕਿ ਇੱਜ਼ਤ ਦਾ ਸਵਾਲ ਬੀਜੇਪੀ ਦਾ ਵੀ ਹੈਗਾ ਨਾ, ਕਿਉਂਕਿ ਉਹਨਾਂ ਦੀ ਵੀ ਸਾਖ ਜਿਹੜੀ ਹੈਗੀ ਆ ਉਹ ਲੱਗੀ ਹੋਈ ਹੈ ਨਾ ਪੂਰੀ। ਹੁਣ ਜੇ ਮੰਨ ਲਓ ਕਿ ਕਿਸਾਨ ਇਹ ਕਹਿ ਦੇਣਗੇ ਇਸ ਤਾਂ ਸਿਰੇ ਤੋਂ ਹੀ ਕਰ ਦੇਣਾ ਹੈਗਾ, ਫਿਰ ਉਹਨਾਂ ਦੀ ਵੀ ਮਿਹਨਤ ਹੈਗੀ ਆ, ਇੰਨੇ ਸਾਲਾਂ ਦੀ ਆਰਐਸਐਸ ਵੀ ਖੜੀ ਕੀਤੀ ਹੈਗੀ ਹੈ, ਬੀਜੇਪੀ ਹੈਗੀ ਆ, ਸੋ ਥੋੜਾ ਬਹੁਤਾ ਤਾਂ ਉਹਨਾਂ ਨੂੰ ਵੀ ਹੋਊਗਾ ਵੀ ਸਾਡੀ ਵੀ ਕੋਈ ਇੱਜ਼ਤ ਹੈ। ਬਿਲਕੁਲ ਇਹ ਮੈਂ ਕਹਿ ਰਿਹਾ। ਉਹਨੀ ਹੁਣ ਜਦੋਂ ਮਕਾਉਣਾ ਹੋਇਆ ਉਹਨੀ ਆਪਣੇ ਹੀ ਜਿਹੜੇ ਇਹਨਾਂ ਦੇ ਆਗੂ ਨੇ, ਜਿਹੜੀਆਂ ਸਟੇਟਾਂ ਜ਼ਿਆਦਾ ਰੋਸ ਹੋ ਰਿਹਾ, ਉਹ ਯੂਪੀ ਹੋ ਗਈ, ਹਰਿਆਣਾ ਹੋ ਗਿਆ, ਪੰਜਾਬ ਹੋ ਗਿਆ ਜਾਂ ਮੱਧ ਪ੍ਰਦੇਸ਼ ਹੋ ਗਿਆ, ਜਿਨ੍ਹਾਂ ਸਟੇਟਾਂ ਜ਼ਿਆਦਾ, ਰਾਜਸਥਾਨ ਹੋ ਗਿਆ, ਉਹਨਾਂ ਸਟੇਟਾਂ ਦੇ ਆਗੂਆਂ ਨੂੰ ਲੈਣਗੇ ਤੇ ਉਹ ਉਹਨਾਂ ਦੇ ਸਟੇਟਾਂ ਦੇ ਜਿਹੜੇ ਲੀਡਰ ਨੇ, ਕਿਸਾਨ ਲੀਡਰ ਨੇ, ਉਹਨਾਂ ਨਾਲ ਉਹ ਰਾਬਤਾ ਕਾਇਮ ਕਰਨਗੇ। ਇੱਦਾਂ ਦੀ ਕੋਈ ਨਾ ਕੋਈ ਉਹ ਗੇਮ ਚਲਾਉਣਗੇ ਆਪਣੇ ਆਪ ਨੂੰ ਬਚਾਉਣ ਲਈ। ਵਾਕਿਆ ਜਿਹੜੀ ਬਲਕਰਨ ਜੀ ਨੇ ਗੱਲ ਕਹੀ ਹੈ ਵੀ ਸਰਕਾਰ ਗੋਡਿਆਂ ਭਰ ਹੋਈ ਹੈ, ਉਹਨਾਂ ਨੂੰ ਹੁਣ ਭੱਜਣ ਨੂੰ ਰਸਤਾ ਨਹੀਂ ਲੱਭ ਰਿਹਾ। ਇਸ ਵੇਲੇ ਸੱਪ ਦੇ ਮੂੰਹ 'ਚ ਕਿਰਲੀ ਵਾਲੀ ਗੱਲ ਹੈ। ਉਹ ਹੁਣ ਕਿਵੇਂ ਇਹਨੂੰ ਆਪਣੇ ਆਪ ਤੋਂ ਬਚਣਾ ਚਾਹੁੰਦੇ ਨੇ ਵੀ ਅਸੀਂ ਕਿਵੇਂ ਆਪਣੇ ਆਪ ਨੂੰ ਬਚਾ ਲਈਏ। ਆਹ ਤਾਂ ਫੋਕੇ ਦਹਾੜਾ ਮਾਰਦੇ ਨੇ। ਉਹ ਤੋਮਰ ਜੀ ਦੀ ਜਿਹੜੀ ਗੱਲ ਹੈ, ਮੈਂ ਇੱਕ ਉਹਦੇ ਨਾਲ ਜੁੜਦੀ ਹੋਰ ਗੱਲ ਕਹਿ ਦੇਵਾਂਗਾ। ਨਰਿੰਦਰ ਤੋਮਰ ਦੇ ਹੱਥ 'ਚ ਕੁਝ ਹੈ ਹੀ ਨਹੀਂ। ਪਹਿਲੀ ਗੱਲ ਤਾਂ ਇਹ ਹੈ, ਅਸੀਂ 11 ਮੀਟਿੰਗਾਂ ਸੀਟਿੰਗ ਹੋਈਆਂ ਔਰ ਉਹਨਾਂ ਸੀਟਿੰਗ ਦੇ ਵਿੱਚ ਜਿੰਨੀ ਵਾਰ ਕੀ ਕਰਦੇ ਸੀ, ਉਹ ਥੋੜੀ ਕੁ ਦੇਰ ਬਾਅਦ ਟੀ ਟਾਈਮ ਹੋ ਗਿਆ ਜੀ। ਉਹ ਸਾਨੂੰ ਪਤਾ ਸੀ ਕਾਹਦਾ ਟੀ ਟਾਈਮ ਕਰਦੇ ਸੀ। ਉਹ ਪਿੱਛੇ ਜਾ ਕੇ ਨਰਿੰਦਰ ਮੋਦੀ ਨੂੰ ਫੋਨ ਕਰਦੇ ਸੀ, ਪੁੱਛਦੇ, ਉਹਨਾਂ ਦੀ ਸਲਾਹ ਲੈਂਦੇ ਸੀ ਵੀ ਅਸੀਂ ਹੁਣ ਕੀ ਕਰੀਏ। ਤੇ ਉਹ ਤੋਮਰ ਜਿਹੜਾ ਬਿਆਨ ਦਿੰਦਾ ਉਹਦਾ ਵੈਸੇ ਕੋਈ ਵੱਡਾ ਮਤਲਬ ਬਣਦਾ ਨਹੀਂ। ਅਸਲੀ ਮਤਲਬ ਤਾਂ ਬਣਨਾ ਜਦੋਂ ਪ੍ਰਧਾਨ ਮੰਤਰੀ ਬੋਲੇਗਾ, ਕਿਉਂਕਿ ਪ੍ਰਧਾਨ ਮੰਤਰੀ ਨੇ ਹੀ ਫੈਸਲਾ ਲੈਣਾ ਹੈ। ਬੇਸ਼ੱਕ ਉਹ ਖੇਤੀਬਾੜੀ ਮੰਤਰੀ ਨੇ ਨਰਿੰਦਰ ਤੋਮਰ ਜੀ, ਫੈਸਲਾ ਉਹਨਾਂ ਰਾਹੀਂ ਆ ਜਾਵੇ, ਪਰ ਯੈਸ ਉੱਪਰੋਂ ਹੋਣੀ, ਜਿਹੜਾ ਮੇਨ ਆਕਾ ਉਹਨਾਂ ਦਾ। ਤੇ ਇਸ ਕਰਕੇ ਉਹ ਜਿੰਨਾ ਚਿਰ ਆਕਾ ਦੀ ਯੈਸ ਨਹੀਂ ਹੈ ਉਹਨਾਂ ਚਿਰ ਉਹਨਾਂ ਦੇ ਬਿਆਨ ਇਸ ਤਰ੍ਹਾਂ ਦੇ ਆਉਂਦੇ ਰਹਿਣਗੇ। ਉਹ ਕੋਈ ਵੱਡੀ ਗੱਲ ਨਹੀਂ। ਤੇ ਆਕਾ ਦੀ ਯੈਸ ਕਦੋਂ ਹੋਣੀ ਉਹ ਵੀ ਦੱਸ ਦਿਓ। ਉਹ ਆ ਜਾਣਗੇ ਜਦੋਂ ਆਕਾ ਨੂੰ ਪਤਾ ਲੱਗਿਆ। ਆਕਾ ਦਾ ਕੋਈ ਹੋਰ ਆਕਾ ਤਾਂ ਨਹੀਂ ਹੈਗਾ? ਨਹੀਂ, ਆਕਾ ਨੂੰ ਪਤਾ ਆਕਾ ਹੈ। ਉਹ ਤੇ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਕਈ ਵਾਰੀ ਕਹਿ ਦਈਦਾ, ਸਾਡੇ ਸਾਥੀ ਕਹਿ ਦਿੰਦੇ ਨੇ, ਮੈਂ ਹੁਣ ਤੁਹਾਡੇ ਮਾਧਿਅਮ ਰਾਹੀਂ ਕਹਿਣ ਲੱਗਿਆ, ਸਟੇਜ ਤੋਂ ਕਹਿੰਦੇ ਵੀ ਮੋਦੀ ਦਲਾਲ। ਉਹ ਦਲਾਲ ਤਦ ਕਹਿੰਦੇ ਨੇ
ਕਿ ਉਹਨਾਂ ਦੇ ਉੱਪਰ ਕਾਰਪੋਰੇਟ ਘਰਾਣਾ ਹਾਵੀ ਹੋਇਆ। ਉਹ ਆਕਾ ਨੇ ਜਦੋਂ ਕਾਰਪੋਰੇਟ ਘਰਾਣੇ ਨੇ ਕਿਹਾ ਹੈ ਕਿ ਭਾਈ ਹੁਣ ਤਾਂ ਅੱਗੇ ਤਾਂ ਮਾੜੀ ਮੋਟੀ ਸਾਡੀ ਚਲੰਤ ਸੀਗੀ, ਸਰਕਾਰ ਆਪਣੀ ਸੀਗੀ, ਸੱਤਾ 'ਚ ਸਾਡੇ ਬੰਦੇ ਬੈਠੇ ਸਨ, ਜੇ ਸੱਤਾ ਹੀ ਸਾਡੇ ਹੱਥੋਂ ਜਾਂਦੀ ਰਹੀ ਤਾਂ ਫਿਰ ਸਾਡਾ ਕੀ ਬਣੂ। ਇਸ ਕਰਕੇ ਉਹ ਜਿਹੜੇ ਆਕਾ ਨੇ, ਕਾਰਪੋਰੇਟ ਘਰਾਣੇ ਨੇ, ਉਹ ਹੁਕਮ ਦੇਣਗੇ ਮੋਦੀ ਨੂੰ, ਮੋਦੀ ਹੁਕਮ ਦੇਵੇਗਾ ਆਪਣੇ ਖੇਤੀਬਾੜੀ ਮੰਤਰੀ ਨੂੰ, ਫਿਰ ਫੈਸਲਾ ਹੋਏਗਾ। ਇਹ ਵੱਡੀ ਲੰਬੀ ਚੇਨ ਹੈ। ਹੈਗੇ ਨੇ ਆਕਾ, ਹਲੇ ਉਹਨਾਂ ਨੂੰ ਆਕਾ ਨੂੰ ਦਿਸ ਨਹੀਂ ਲੱਗਿਆ, ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਰਕਾਰ ਸੰਭਾਲ ਲੇਗੀ, ਪਰ ਉਹ ਭੁਲੇਖਾ ਹੈ ਉਹਨਾਂ ਦਾ। ਸਰਕਾਰ ਦੇ ਕਬਜ਼ੇ 'ਚੋਂ ਇਹ ਗੱਲ ਨਿਕਲ ਚੁੱਕੀ ਹੈ, ਇਹ ਆਮ ਰਾਏ ਲੋਕਾਂ ਦੀ ਬਣ ਗਈ ਹੈ। ਜਿੱਦਾਂ ਬਲਕਰਨ ਜੀ ਨੇ ਕਿਹਾ ਕਿ ਯੂਪੀ 'ਚ ਵੀ ਸਰਕਾਰ ਉਹਨਾਂ ਦੀ, ਉੱਪਰ ਵੀ ਸਰਕਾਰ ਉਹਨਾਂ ਦੀ, ਤੇ ਫਿਰ ਪੰਚਾਇਤ ਚੋਣਾਂ ਹਾਰ ਜਾਣਾ, ਇਹਦਾ ਮਤਲਬ ਲੋਕਾਂ ਦੀ ਆਮ ਰਾਏ ਬਣ ਗਈ, ਬੀਜੇਪੀ ਦੇ ਅੰਗੇਸਟ ਰਾਏ ਬਣ ਗਈ, ਪੂਰੇ ਭਾਰਤ 'ਚ ਬਣ ਗਈ। ਜਦੋਂ ਬੀਜੇਪੀ ਨੂੰ ਲੱਗੂਗਾ ਸਾਡੀ ਰਾਜਨੀਤਿਕ ਜ਼ਮੀਨ ਸਾਡੇ ਕੋਲੋਂ ਨਿਕਲ ਚੱਲੀ, ਤੇ ਫਿਰ ਇਹ ਜਿਹੜੇ ਆਕਾ ਵੀ ਬੋਲਣਗੇ, ਤੇ ਫਿਰ ਜਿਹੜੇ ਉਹਨਾਂ ਦੇ ਪਿਆਦੇ ਵੀ ਬੋਲਣਗੇ, ਫਿਰ ਬਾਰੋ ਵਾਰੀ ਸਾਰੇ ਹੀ ਬੋਲਣਗੇ ਕਿ ਸਾਡੇ ਕੰਨ ਫੜ ਕੇ ਗਲਤੀ ਮੰਨ ਕੇ ਫਿਰ ਕਾਨੂੰਨ ਵਾਪਸ ਲੈਣਗੇ। ਇਹ ਸਮਾਂ ਆਉਣ ਵਾਲਾ ਹੈ। ਇਹ ਮੇਰਾ ਅਗਲਾ ਸਵਾਲ, ਆਖਰੀ ਸਵਾਲ ਹੀ ਹੈ, ਦੋਵਾਂ ਤੋਂ ਹੀ ਹੈਗਾ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈਗਾ। ਅਸਾਰ ਇਸ ਵਕਤ ਵੀ ਉਸੇ ਤਰੀਕੇ ਦੇ ਬਣੇ ਹੋਏ ਅਤਿਆਚਾਰ ਹੋ ਰਿਹਾ ਹੈਗਾ ਕਿਸਾਨਾਂ ਦੇ ਉੱਤੇ, ਕਿਸਾਨ ਸੜਕਾਂ ਦੇ ਉੱਤੇ ਬੈਠੇ ਹੈਗੇ ਆ, ਔਰ ਉਸ ਵਕਤ ਵੀ ਕ੍ਰਾਂਤੀ ਕੀਤੀ ਸੀਗੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ। ਕਿਵੇਂ ਵੇਖਦੇ ਹੋ ਵੀ ਉਹ ਇਤਿਹਾਸ ਅੱਜ ਦੇ ਸੰਦਰਭ ਦੇ ਵਿੱਚ ਕਿੰਨਾ ਕੁ ਜੁੜਦਾ? ਦੇਖੋ, ਇਹ ਬਿਲਕੁਲ ਜਿਹੜਾ ਇਤਿਹਾਸ ਹੈ ਉਹ ਇਸ ਕਰਕੇ ਜੁੜਦਾ ਹੈ ਕਿ ਅਸੀਂ ਅੱਜ, ਮੈਂ ਇਹ ਕਹਾਂਗਾ, ਸਾਨੂੰ ਇਹ ਮਾਣ ਹੈ ਇਸ ਗੱਲ ਤੇ ਵੀ ਅਸੀਂ, ਉਹਨਾਂ ਨੇ ਸਾਨੂੰ ਥਾਪੜਾ ਦੇ ਕੇ ਤੋਰਿਆ ਸੀ, ਉਹਨਾਂ ਦੇ ਵੰਸ਼ਜ ਹਾਂ। ਅੱਜ ਉਸ ਇਤਿਹਾਸ ਨੂੰ ਸੰਜੀਦਾ ਕੀਤਾ ਮੁੜ ਕੇ। ਇੱਕ ਵਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜ਼ਮੀਨਾਂ ਬਚਾਈਆਂ ਸਨ, ਪੂਰੇ ਦੇਸ਼ ਦੇ ਲੋਕਾਂ ਨੂੰ ਹੱਕ ਦਵਾਏ ਸਨ। ਅੱਜ ਜਦੋਂ ਜਾਬਰ ਸਰਕਾਰ ਫਿਰ ਜ਼ਮੀਨ ਖੋਣਾ ਚਾਹੁੰਦੀ ਹੈ, ਤੇ ਅੱਜ ਫਿਰ ਉਹੀ ਕੌਮ ਉੱਠ ਕੇ ਆਈ ਆ ਜਿਹੜੀ ਦਸਮ ਪਿਤਾ ਨੇ ਥਾਪੜਾ ਦੇ ਕੇ ਤੋਰੀ ਸੀ। ਅੱਜ ਮੋਹਰੀ ਹੋ ਕੇ ਉਹੀ ਕੌਮ ਆਈ ਹੈ। ਬੇਸ਼ੱਕ ਪੂਰੇ ਭਾਰਤ ਦਾ ਕਿਸਾਨ ਨਾਲ ਹੈ ਅੱਜ, ਪਰ ਮੋਹਰੀ ਇਸ ਜੰਗ ਦੇ ਵਿੱਚ ਅੱਜ ਵੀ ਉਸ ਕੌਮ ਦੇ ਜਾਏ ਆਏ ਨੇ। ਇਹ ਵਿਰਸੇ ਆਪਣੇ ਨੂੰ, ਆਪਣੀ ਵਿਰਾਸਤ ਨੂੰ, ਆਪਣੇ ਇਤਿਹਾਸ ਨੂੰ ਮੁੜ ਦੁਹਰਾਇਆ। ਇਹ ਬਾਬਾ ਬੰਦਾ ਸਿੰਘ ਦਾ ਇਤਿਹਾਸ ਪੈਦਾ ਕੀਤਾ ਹੋਇਆ ਹੈ, ਅੱਜ ਦੁਬਾਰਾ ਦੁਹਰਾਇਆ ਜਾ ਰਿਹਾ। ਅੱਜ ਉਹਨਾਂ ਦਾ ਦਿਨ ਵੀ ਇੱਥੋਂ ਮਨਾਇਆ। ਅੱਜ ਉਹਨਾਂ ਨੂੰ ਵਾਰ-ਵਾਰ ਆਪਣੇ ਜਿਹੜੇ ਸਾਡੇ ਸ਼ਹੀਦ ਨੇ ਪੂਰੇ ਵਰਲਡ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ, ਇਸ ਕਰਕੇ ਕਿ ਇਹ ਅੰਦੋਲਨ ਅੱਜ ਉਸ ਦਾ ਯਾਦ ਨੂੰ ਫਿਰ ਤਾਜ਼ਾ ਕੀਤਾ ਹੈ। ਅਸੀਂ ਨਾ ਪੰਜਾਬੀ ਲੋਕ ਆ, ਜਿਹੜੇ ਸਿੱਖ ਲੋਕ, ਸਿੱਖੀ ਦਾ ਜਨਮ ਹੈ ਜਿਹੜਾ ਉਹ ਵਿਚਾਰ 'ਚੋਂ ਹੋਇਆ। ਸ਼ਬਦ ਗੁਰੂ ਹੈ ਸਾਡਾ, ਤੇ ਸ਼ਬਦ ਗੁਰੂ ਦੀ ਵਿਆਖਿਆ ਦੇ, ਉਹਦੀ ਪ੍ਰੇਰਨਾ ਸਾਰੀ ਸ੍ਰਿਸ਼ਟੀ ਦੀ ਵਿਆਖਿਆ ਕਰਦਾ ਉਹ, ਵੀ ਅਸੀਂ ਕਿਵੇਂ ਰਹਿਣਾ, ਸਾਡੀ ਜੀਵਨ ਜਾਂਚ ਕੀ ਹੈ। ਪਰ ਫਿਰ ਵੀ ਜਿਹੜੇ ਅਸੀਂ ਲੋਕ ਹਾਂ, ਅਸੀਂ ਸਾਡੇ ਸ਼ਹੀਦਾਂ ਨੂੰ ਵੀ ਬਹੁਤ ਛੋਟੇ ਕਰਤਾ, ਉਹਨਾਂ ਦੀਆਂ ਸ਼ਹੀਦੀਆਂ ਨੂੰ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ, ਸ਼ਹੀਦ ਭਗਤ ਸਿੰਘ, ਉਹਨਾਂ ਨੂੰ ਕੇਵਲ ਬਦਲਾ ਲੈਣ ਵਾਲਾ ਹੀ ਬਣਾਤਾ ਵੀ ਬਾਬਾ ਬੰਦਾ ਸਿੰਘ ਬਹਾਦਰ ਆਇਆ ਤੇ ਵਜ਼ੀਰ ਖਾਨ ਨੂੰ ਮਾਰਤਾ ਤੇ ਗੱਲ ਨਿਬੜ ਗਈ, ਜਾਂ ਭਗਤ ਸਿੰਘ ਨੇ ਸਾਂਡਰਸ ਨੂੰ ਮਾਰਤਾ। ਜਿਹੜਾ ਉਹਨਾਂ ਨੇ ਵਿਚਾਰ ਦਿੱਤਾ, ਜਿਹੜੀ ਉਹਨਾਂ ਨੇ ਗੱਲ ਕਹੀ, ਇੱਕ ਕ੍ਰਾਂਤੀ ਨੂੰ ਤੋਰਿਆ, ਉਸ ਨੂੰ ਅਸੀਂ ਨਹੀਂ ਲਿਜਾ ਸਕੇ, ਉਹਨਾਂ ਦੀ ਸ਼ਹੀਦੀ ਨੂੰ ਛੋਟਾ ਕਰਦਾ। ਆਪਾਂ ਬਾਬਾ ਬੰਦਾ ਸਿੰਘ ਦੀ ਬਹਾਦਰ ਦੀ ਗੱਲ ਕਰਦੇ ਹਾਂ, ਭਗਤ ਸਿੰਘ ਦੀ ਗੱਲ ਮੈਂ ਅੱਜ ਨਹੀਂ ਕਰੂੰਗਾ। ਬਾਬਾ ਬੰਦਾ ਸਿੰਘ ਬਹਾਦਰ ਉਹ ਸ਼ਖਸ ਸੀ ਜਿਹਨੇ ਸਭ ਤੋਂ ਪਹਿਲਾਂ ਜ਼ਮੀਨੀ ਘੋਲ ਦੀ ਅਗਵਾਈ ਕੀਤੀ, ਇੱਕ ਗੱਲ। ਦੂਜੀ ਗੱਲ, ਪਹਿਲੇ ਸਿੱਖ ਰਾਜ ਦੀ ਨੀਂਹ ਰੱਖੀ। ਬਾਬੇ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਉਹਨੇ ਸਿੱਕਾ ਚਲਾਇਆ। ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਜਿਹੜਾ ਸਾਡੇ 'ਚ ਹਮੇਸ਼ਾ ਅੱਜ ਤਾਈਂ ਚੱਲ ਰਹੀ ਹੈ, ਤੇ ਉਹਨੇ ਸਾਡਾ ਨੁਕਸਾਨ ਕੀਤਾ, ਜਿਹੜਾ ਸਿੱਖ ਇਤਿਹਾਸ ਦਾ, ਪੰਜਾਬੀਆਂ ਦਾ ਕਹੋ ਵੀ, ਬਾਬੇ ਬੰਦਾ ਸਿੰਘ ਬਹਾਦਰ ਨੇ ਜਿਹੜੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ, ਉਹ ਪੂਰਨ ਨਹੀਂ ਹੋ ਸਕੀ। ਤੁਸੀਂ ਵੀ ਸਾਰੇ ਸਮਝਦੇ ਹੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਵੇਂ, ਮਤਲਬ ਕਿ ਸਮੇਂ ਤੇ ਸਰਕਾਰ ਜਿਹੜੀ ਸੀ ਕੇਂਦਰ ਦੀ, ਉਹ ਉਸ ਸਮੇਂ ਮੰਨ ਲਓ ਫਰੋਕਸੀਅਰ ਸੀ ਬਾਦਸ਼ਾਹ, ਐਂਡ ਦੇ ਪਹਿਲਾਂ ਬਹਾਦਰ ਸ਼ਾਹ ਨਾਲ ਲੜਦਾ ਰਿਹਾ। ਫਰੋਕਸੀਅਰ ਬਾਦਸ਼ਾਹ ਨੇ ਕਿਵੇਂ, ਮਤਲਬ ਕਿ ਆਪਣੇ ਅਕਾਲ ਤਖਤ ਤੋਂ ਜਾਂ ਆਪਣੇ ਸਿੱਖਾਂ ਤੋਂ ਹੁਕਮਨਾਮੇ ਜਾਰੀ ਕਰਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦਾ ਵੱਡਾ ਪਾਰਟ ਬਾਬਾ ਵਿਨੋਦ ਸਿੰਘ ਨੂੰ ਵੱਖ ਕਰ ਲਿਆ, ਤੇ ਉਹਨੂੰ ਨਾ, ਮਤਲਬ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗਦਾਰ ਕਰਾਰ ਦੇ ਦਿੱਤਾ ਗਿਆ, ਲੜਦੇ ਹੋਏ ਨੂੰ ਗਦਾਰ ਕਰਾਰ ਦਿੱਤਾ। ਗੁਰਦਾਸ ਨੰਗਲ ਦੀ ਕੱਚੀ ਗੜੀ ਦੇ ਵਿੱਚ ਲੜੀ ਗਿਆ ਬਾਬਾ। ਅਖੀਰ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਮੈਂ ਦਾਦ ਦੇਣੀ ਚਾਹੁੰਦਾ ਹੈ ਵੀ ਜਿਹਨੂੰ ਆਪਦੀ ਸ਼ਹੀਦੀ ਦੇ ਕੇ ਆਪਦੀ ਕੁਰਬਾਨੀ ਦੱਸਣੀ ਪਈ ਵੀ ਮੈਂ ਗਦਾਰ ਨਹੀਂ, ਮੈਂ ਸੂਰਮਾ, ਮੈਂ ਲੜਨ ਵਾਲਾ ਲੋਕਾਂ ਦੀ ਖਾਤਰ, ਤੇ ਉਹਨੇ 700 ਸਾਥੀਆਂ ਸਮੇਤ ਸ਼ਹੀਦੀ ਦਿੱਤੀ। ਪਰ ਜਿਹੜੀ ਉਹ ਕ੍ਰਾਂਤੀ ਸੀ ਉਹ ਪੂਰੇ ਨਹੀਂ ਹੋ ਸਕੀ। ਕਿਉਂ ਨਹੀਂ ਪੂਰਨ ਹੋ ਸਕੀ? ਸਾਡੇ 'ਚ ਫੁੱਟ ਪਏਗੀ। ਅਸੀਂ ਕਿਤੇ ਨਾ ਕਿਤੇ, ਜਿਹੜਾ ਫਰੋਕਸੀਅਰ ਬਾਦਸ਼ਾਹ ਸੀ, ਉਸ ਦੇ ਹੱਥੇ ਚੜੀ ਸਾਡੀ ਸਿੱਖ ਕੌਮ। ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ, ਇਤਿਹਾਸ ਕਹਿੰਦਾ, ਮੈਂ ਨਹੀਂ ਕਹਿੰਦਾ। ਵੀ ਜਿਹੜੇ ਹੁਕਮਨਾਮੇ ਉਸ ਸਮੇਂ ਜਾਰੀ ਕਰਾਏ ਗਏ, ਉਹਦਾ ਸਾਥ ਛੱਡਣ ਵਾਸਤੇ ਉਹ ਕਿਹਨਾਂ ਨੇ ਜਾਰੀ ਕੀਤੇ, ਕਿਹੜੇ ਲਾਲਚਾਂ ਜਾਰੀ ਕਰਾਏ ਗਏ, ਉਹ ਲੜਾਈ ਹੈ ਜਿਹੜੀ ਅੱਜ ਤਾਈਂ ਜਾਰੀ ਹੈ। ਉਸ ਤੋਂ ਬਾਅਦ ਵੀ ਲਗਾਤਾਰ ਪੰਜਾਬੀਆਂ ਨੇ ਜਿੰਨੇ ਸੰਘਰਸ਼ ਕੀਤੇ, ਸਿੱਖਾਂ ਨੇ ਜਿੰਨੇ ਸੰਘਰਸ਼ ਕੀਤੇ, ਤੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਾਡੇ 'ਚ ਫੁੱਟ ਪੈਂਦੀ ਰਹੀ। ਤੇ ਇਹ ਜਿਹੜੀਆਂ ਸਰਕਾਰਾਂ ਉਹ ਮੌਕੇ ਦਾ ਫਾਇਦਾ ਉਠਾਉਂਦੀਆਂ। ਹੁਣ ਵੀ ਇਸ ਅੰਦੋਲਨ ਤੇ ਇੰਨੇ ਹਮਲੇ ਹੋ ਗਏ ਸਾਡੀ ਵਿਚਾਰਧਾਰਾ ਨੂੰ ਲੈ ਕੇ, ਸਾਡੀ ਇਸ ਆਰਥਿਕ ਲੜਾਈ ਦੇ ਨੂੰ ਧਾਰਮਿਕ ਬਣਾਉਣ ਦੀ ਖਾਤਰ। ਪਰ ਇਹ ਸਮੇਂ ਤੇ
ਅਸੀਂ ਸੰਭਲਦੇ ਕਿੱਦਾਂ ਵੇਖਦੇ ਆ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਦੋਂ ਰਾਜ ਆਪਣਾ ਚਲਾਇਆ, ਜਦੋਂ ਸਿੱਕਾ ਚਲਾਇਆ, ਸਿੱਕਾ ਬੇਸ਼ੱਕ ਸਾਰਾ ਕੁਝ ਆਪ ਕੀਤਾ ਸੀਗਾ, ਸਾਰੀ ਲੜਾਈਆਂ ਲੜੀਆਂ, ਪਰ ਸਿੱਕੇ ਦੇ ਉੱਤੇ ਨਾਂ ਨਹੀਂ ਆਪਣਾ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ। ਇਹਨੂੰ ਕਿੱਦਾਂ ਦੇਖਦੇ ਹੋ ਵੀ ਅੱਜ ਅਸੀਂ ਵੇਖਦੇ ਹਾਂ ਕਿ ਹਰ ਇੱਕ ਬੰਦਾ ਜਿਹੜਾ ਹੈਗਾ ਭਾਵੇਂ ਥੋੜੀ ਬਹੁਤੀ ਲੜਾਈ ਵੀ ਲੜਦਾ, ਹਰ ਇੱਕ ਬੰਦੇ ਨੂੰ ਹੁੰਦਾ ਮੇਰਾ ਨਾਂ ਹੋਣਾ ਚਾਹੀਦਾ, ਪਰ ਇੱਕ ਜਿਹਨੇ ਜ਼ਿੰਦਗੀ ਲਾਤੀ ਆਪਣੀ, ਉਹਨੇ ਆਪਣਾ ਨਾਂ ਨਹੀਂ ਲਿਖਿਆ। ਬਾਬਾ ਬੰਦਾ ਸਿੰਘ ਬਹਾਦਰ ਸਾਡਾ ਹੀਰੋ ਸੀ, ਜਿਹਨੇ ਉਸ ਕ੍ਰਾਂਤੀ ਦੀ ਸ਼ੁਰੂਆਤ ਕੀਤੀ, ਜਿਹੜੀ ਕ੍ਰਾਂਤੀ ਉਦੋਂ 100 ਸਾਲ ਬਾਅਦ ਦੁਨੀਆ ਦੇ ਹਿੱਸਿਆਂ ਸ਼ੁਰੂ ਹੋਈ ਹੈ, ਜਿਵੇਂ ਫਰਾਂਸ ਦੀ ਕ੍ਰਾਂਤੀ ਹੈ ਜਾਂ ਜਰਮਨ ਦੇ ਵਿੱਚ ਜਾਂ ਹੋਰ ਮਤਲਬ ਹੋਰਾਂ ਦੇਸ਼ਾਂ ਦੇ ਵਿੱਚ ਜਿਹੜੀਆਂ ਕ੍ਰਾਂਤੀਆਂ ਹੋਈਆਂ ਉਹ ਉਸ ਤੋਂ 100 ਸਾਲ ਪਿੱਛੋਂ ਸ਼ੁਰੂ ਹੋਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ 1708 ਦੇ ਵਿੱਚ ਸ਼ੁਰੂਆਤ ਕਰਤੀ ਤੇ 1715 ਬੜਾ ਸੀਮਿਤ ਸਮਾਂ ਹੈ। ਸੀਮਿਤ ਸਮੇਂ ਦੇ ਵਿੱਚ ਇੱਕ ਕਿਰਤੀ ਲੋਕਾਂ ਨੂੰ ਮਾਣ ਦੇਣਾ, ਇੱਕ ਉਹ ਲੋਕ ਦੱਬੇ ਕੁਚਲੇ ਜਿਨ੍ਹਾਂ ਦਾ ਰਾਜ ਦੀ ਹਿੱਸੇਦਾਰੀ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਸੇ ਪੰਚਾਇਤ ਦੇ ਵਿੱਚ ਵੀ ਹਿੱਸੇਦਾਰੀ ਨਹੀਂ ਸੀ। ਉਹਨਾਂ ਨੂੰ ਜਦੋਂ ਕੋਈ ਜਿਹੜੇ ਰਜਵਾੜੇ ਸੀ ਜਦੋਂ ਲੰਘਦੇ ਸੀ ਤੇ ਉਹਨਾਂ ਨੂੰ ਪਾਸੇ ਖੜਨਾ ਪੈਂਦਾ ਸੀ, ਉਹ ਖੂਹਾਂ ਤੋਂ ਪਾਣੀ ਨਹੀਂ ਭਰਨ ਦਿੱਤਾ ਜਾਂਦਾ ਸੀਗਾ ਤੇ ਉਹਨਾਂ ਨੂੰ ਕੁੱਟ-ਕੁੱਟ ਕੇ ਉਹਨਾਂ ਦੀਆਂ ਫਸਲਾਂ ਵੀ ਖੋਹੀਆਂ ਜਾਂਦੀਆਂ ਸੀ, ਉਹਨਾਂ ਤੋਂ ਸਾਰੇ ਮਾਮਲੇ ਭਰਾਏ ਜਾਂਦੇ ਸੀ। ਉਹਨਾਂ ਲੋਕਾਂ ਨੂੰ ਰਾਜ ਦੇ ਵਿੱਚ ਹਿੱਸੇਦਾਰੀ ਦਿੱਤੀ, ਉਹਨਾਂ ਨੂੰ ਫੌਜਾਂ 'ਚ ਭਰਤੀ ਕੀਤਾ। ਜਿਹੜੇ ਅਸਲੀ ਲੋਕ ਸੀ ਉਹਨਾਂ ਨੇ ਗੁਲਾਮੀ ਕਿਉਂ ਤੋੜੀ, ਹਿੰਦੁਸਤਾਨ ਗੁਲਾਮ ਕਿਉਂ ਰਿਹਾ? ਬੜੀ ਲੰਬੀ ਗੱਲ ਆਪਾਂ ਇਹਨੇ ਕਰ ਨਹੀਂ ਸਕਦੇ। ਹਿੰਦੁਸਤਾਨ ਦੀ ਗੁਲਾਮੀ ਦੇ ਇਹੀ ਕਾਰਨ ਸੀ, ਜਿਹੜੇ ਲੜਨ ਮਰਨ ਵਾਲੇ ਲੋਕ ਸੀ ਉਹਨਾਂ ਨੂੰ ਤਾਂ ਦਬਾ ਕੇ ਰੱਖਿਆ ਗਿਆ ਤੇ ਜਿਹੜੇ ਵਿਹਲੜ ਸੀ ਖਾ ਰਹੇ ਸੀ ਉਹਨਾਂ ਨੇ ਥੋੜ੍ਹਾ ਹੀ ਲੜਨਾ ਹੁੰਦਾ ਹੈ। ਅੱਜ ਦੇਸ਼ ਦੇ ਉੱਤੇ ਕੋਈ ਮੰਨ ਲਓ ਹਮਲਾ ਹੋ ਰਿਹਾ, ਇੱਕ ਕਿਸਾਨ ਦਾ ਪੁੱਤਰ ਇੱਕ ਮਜ਼ਦੂਰ ਦਾ ਪੁੱਤਰ ਤਾਂ ਬਾਰਡਰ ਤੇ ਲੜਦਾ ਜਾ ਕੇ, ਇਹ ਹੁਣ ਕੋਈ ਅਡਾਨੀ ਬਾਨੀ ਦਾ ਮੁੰਡਾ ਥੋੜ੍ਹਾ ਹੀ ਲੜਦਾ, ਜਾਂ ਕੋਈ ਮੰਨ ਲਓ ਵੀ ਇਹਨਾਂ ਦਾ ਆਪਣੇ ਜਿਹੜਾ ਸ਼ਾਹੀ ਪਰਿਵਾਰ ਆ ਕਾਂਗਰਸ ਦਾ, ਉਹਨਾਂ ਦਾ ਮੁੰਡਾ ਕੋਈ ਥੋੜ੍ਹਾ ਹੀ ਲੜੂਗਾ। ਰਾਹੁਲ ਨੇ ਲੜਨਾ ਕਿ ਮੋਦੀ ਦੇ ਮੰਨ ਲਓ ਮੋਦੀ ਨੇ ਜਾਂ ਐਕਚੁਅਲੀ ਅਮਿਤ ਸ਼ਾਹ ਦੇ ਗੁਜਰਾਤੀਆਂ ਨੇ ਲੜਨਾ। ਜਿਹੜੀਆਂ ਲੜਨ ਵਾਲੀਆਂ ਕੌਮਾਂ ਹੈ ਉਹ ਹਮੇਸ਼ਾ ਕਿਰਤੀ ਲੋਕ ਹੁੰਦੇ ਆ, ਕਿਰਤੀ ਲੋਕਾਂ ਦੇ ਵਿੱਚੋਂ ਉਹ ਸਿਪਾਹੀ ਹੁੰਦੇ ਆ, ਉਹੀ ਲੜਦੇ ਆ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਸਿਖਾਇਆ, ਉਹਨਾਂ ਨੂੰ ਜਾਂਚ ਸਿਖਾਈ, ਉਹਨਾਂ 'ਚ ਕ੍ਰਾਂਤੀ ਦੀ ਜਿਹੜੀ ਭਾਵਨਾ ਸੀ ਉਹ ਪੈਦਾ ਕੀਤੀ। ਗੁਰੂ ਗੋਬਿੰਦ ਸਿੰਘ, ਗੁਰੂ ਬਾਬੇ ਨਾਨਕ ਦਾ ਜਿਹੜਾ ਮਿਸ਼ਨ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਨੇ ਇੱਕ ਅਧਿਆਏ ਉਹਦਾ ਪੂਰਾ ਕੀਤਾ ਸੀ, ਸਿਰੇ ਤੇ ਲਿਆ ਕੇ ਖਾਲਸਾ ਬਣਾ ਕੇ, ਉਸ ਦੀ ਅਗਲੀ ਲੜਾਈ ਕੀ ਸੀ ਉਹ ਸ਼ੁਰੂ ਕੀਤੀ। ਬਾਬੇ ਦੇ ਮਤਲਬ ਕਿ ਉਹਨੂੰ ਹੁਕਮ ਦਿੱਤਾ ਨੰਦੇੜ ਸਾਹਿਬ ਦੇ ਵਿੱਚ ਵੀ ਅਗਲੀ ਲੜਾਈ ਤੂੰ ਸ਼ੁਰੂ ਕਰਨੀ ਹੈ। ਤੇ ਰਾਜ ਤਾਂ ਗੁਰੂ ਗੋਬਿੰਦ ਸਿੰਘ ਵੀ ਬਣਾ ਸਕਦੇ ਸੀ, ਪਰ ਉਹਨਾਂ ਨੇ ਰਾਜ ਦੀ ਲੜਾਈ ਨਹੀਂ ਲੜੀ। ਉਸ ਤੋਂ ਅੱਗੇ ਬੰਦਾ ਸਿੰਘ ਬਹਾਦਰ ਨੂੰ ਕਿਹਾ ਵੀ ਜ਼ਾਲਮਾਂ ਨੂੰ ਸੋਧੋ ਤੇ ਲੋਕਾਂ ਨੂੰ ਨਿਆਂ ਦਿਵਾਓ। ਨਿਆਂ ਸਮਾਜਿਕ ਨਿਆਂ, ਆਰਥਿਕ ਨਿਆਂ, ਰਾਜਨੀਤਿਕ ਨਿਆਂ, ਨਿਆਂ ਦੇ ਵਿੱਚ ਸਾਰੇ ਹੀ ਨਿਆਂ ਆਉਂਦੇ ਆ। ਜੇ ਇੱਕ ਨਿਆਂ ਹੁੰਦਾ ਜਿਹੜਾ, ਜੇ ਮੰਨ ਲਓ ਆਪਾਂ ਨੂੰ ਇਕੱਲਾ ਧਾਰਮਿਕ ਨਿਆਂ ਮਿਲ ਜੇ ਵੀ ਆਪਾਂ ਨੂੰ ਮਤਲਬ ਕਿ ਧਰਮ ਦੀ ਆਪਦੀਆਂ ਸਿੱਖਿਆਵਾਂ ਦੇ ਅਨੁਸਾਰ ਚੱਲਣ ਦੀ ਜਾਂ ਧਰਮ ਦੀ ਪੂਜਾ ਕਰਨ ਦੀ ਖੁੱਲ੍ਹ ਮਿਲ ਜੇ ਤੇ ਰੋਟੀ ਦਾ ਕੋਈ ਪ੍ਰਬੰਧ ਨਾ ਹੋਵੇ, ਆਰਥਿਕ ਨਿਆਂ ਮਿਲੇ ਨਾ ਆਪਾਂ ਨੂੰ, ਰਾਜ ਦੀ ਹਿੱਸੇਦਾਰੀ ਨਾ ਹੋਵੇ, ਰਾਜਨੀਤਿਕ ਨਿਆਂ ਨਾ, ਉਹ ਧਰਮ ਵੀ ਨਹੀਂ ਚੱਲਦਾ। ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਦੇਗ ਤੇਗ ਫਤਿਹ, ਵੀ ਦੇਗ ਵੀ ਚਾਹੀਦੀ ਹੈ ਤੇ ਤੇਗ ਵੀ ਚਾਹੀਦੀ ਹੈ। ਹੋਰ ਕਹੀ ਆ ਉਹਨਾਂ ਨੇ, ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਹ ਗੱਲ ਉਹਨਾਂ ਨੇ ਕਹੀ ਹੈ। ਇਸ ਗੱਲ ਕਰਕੇ ਅੱਜ ਵੀ ਉਹੀ ਲੜਾਈ ਹੈ ਸਾਡੀ। ਅੱਜ ਜਿਹੜੇ ਉਦੋਂ ਰਜਵਾੜੇ ਸੀ ਹੁਣ ਕਾਰਪੋਰੇਟ ਘਰਾਣੇ ਹੈ, ਉਦੋਂ ਜ਼ਮੀਨਾਂ ਪਹਿਲਾਂ ਉਹਨਾਂ ਕੋਲੇ ਸੀ, ਅਸੀਂ ਖੋਹੀਆਂ, ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਤੇ ਅੱਜ ਸਾਥੋਂ ਖੋ ਰਹੇ ਨੇ। ਇਸ ਗੱਲ ਕਰਕੇ ਇਸ ਤੇ ਡਟ ਕੇ ਪਹਿਰਾ ਦੇਣ ਦੀ ਲੋੜ ਹੈ ਤੇ ਉਸ ਇਤਿਹਾਸ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਵੀ ਅਸੀਂ ਉਹ ਜਿਹੜੀ ਲੜਾਈ ਲੜ ਰਹੇ ਹੈ, ਸੰਯੁਕਤ ਮੋਰਚਾ ਲੜ ਰਿਹਾ ਹੈ, ਵੀ ਉਹਨਾਂ ਤੇ ਕਿੰਤੂ ਪਰੰਤੂ ਜੇਕਰ ਅਸੀਂ ਹੱਥੋਂ ਕੋਈ ਖਨਾਮੀ ਹੁੰਦੀ ਹੈ, ਤੁਹਾਨੂੰ ਲੱਖ ਅਧਿਕਾਰ ਹੈ ਵੀ ਤੁਹਾਡੇ ਬਾਅਦ 'ਚ ਸਾਡੇ ਤੇ ਕਿੰਤੂ ਪਰੰਤੂ ਕਰੋ, ਜਾਂ ਹੁਣ ਵੀ ਅਸੀਂ ਗਲਤ ਕਰਦੇ ਹਾਂ ਸਾਡੇ ਤੇ ਤੁਸੀਂ ਸਵਾਲ ਉਠਾਓ, ਸਾਨੂੰ ਮੀਟਿੰਗ 'ਚ ਪਾਓ, ਕਹੋ, ਚਿੱਠੀ ਪਾਓ, ਕੋਈ ਪ੍ਰੈਸ ਰਾਹੀਂ ਕਹੋ ਵੀ ਮੋਰਚਾ ਐਂ ਕਰੇ, ਜਥੇਬੰਦੀਆਂ ਐਂ ਕਰਨ, ਪਰ ਬੇਲੋੜਾ ਜਿਹੜਾ ਪ੍ਰਚਾਰ ਹੈ ਉਹ ਪਾ ਕੇ ਵੀ ਸਾਡੇ ਲੋਕਾਂ ਦੇ ਵਿੱਚ ਫੁੱਟ ਪਾਉਣ ਦੇ ਯਤਨ ਨਹੀਂ ਕੀਤੇ ਜਾਣੇ ਚਾਹੀਦੇ। ਤੇ ਮੈਂ ਤੁਹਾਡੇ ਚੈਨਲ ਰਾਹੀਂ ਅਪੀਲ ਵੀ ਕਰਨੀ ਚਾਹੂੰ ਸਾਡੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਸਾਰੇ ਆਵਾਮ ਨੂੰ ਅਖੀਰ ਦੇ ਵਿੱਚ ਵੀ ਉਹ ਮੋਰਚਾ ਇਕਮੁੱਠ ਹੈ, ਸਾਰੇ ਰਲ ਮਿਲ ਕੇ ਲੜਾਈ ਲੜ ਰਹੇ ਹੈ ਤੇ ਇਕਮੁੱਠ ਹੋ ਕੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੂੰ ਆਪਾਂ ਗੋਡਿਆਂ ਪਰਨੇ ਕਰਨਾ ਹੈ। ਇੱਕ ਜਿਹੜੀ ਲੜਾਈ ਲੰਬੀ ਹੋ ਰਹੀ ਹੈ ਇਹਦੇ ਬਾਰੇ ਮੈਂ ਗੱਲ ਕਹਿਣੀ ਚਾਹੁੰਦਾ ਵੀ ਜਿਹੜੀ ਆਮ ਤੌਰ ਤੇ ਕਈ ਵਾਰੀ ਅਸੀਂ ਪਹਿਲਾਂ ਛੋਟੇ ਛੋਟੇ ਸੰਘਰਸ਼ ਲੜੇ ਆ। ਮੇਰੀ ਜਥੇਬੰਦੀ ਦਾ 20 ਸਾਲ ਦਾ ਇਤਿਹਾਸ ਹੈ। ਮੈਂ 20 ਸਾਲ ਤੋਂ ਜਥੇਬੰਦੀ ਚੱਲ ਰਿਹਾ। ਮੈਂ ਕੋਈ ਐਡਾ ਵੱਡੇ ਅੰਦੋਲਨ 'ਚ ਕਦੇ ਨਾ ਭਾਗ ਲਿਆ ਤੇ ਨਾ ਹੀ ਕੋਈ ਮਤਲਬ ਪੜ੍ਹੇ ਦਾ ਹੈ ਪਹਿਲਾਂ ਵਾਲੇ ਅੰਦੋਲਨ ਜਿਹੜੇ। ਤੇ ਪਰ ਹੁਣ ਜਿਹੜੀ ਗੱਲ ਹੈ, ਹੁਣ ਸਾਨੂੰ ਇਹ ਸਮਝਣੀ ਚਾਹੀਦੀ ਹੈ ਵੀ ਅਸੀਂ ਡੀਸੀ ਮੂਹਰੇ ਧਰਨਾ ਲਾਉਂਦੇ ਸੀ, ਜਾਂ ਮੰਨ ਲਓ ਵੀ ਪੰਜਾਬ ਸਰਕਾਰ ਤੋਂ ਮੰਗਾਂ ਮਨਵਾਉਂਦੇ ਸੀ, ਕੇਂਦਰ ਸਰਕਾਰ ਤੋਂ ਵੀ, ਦਿੱਲੀ ਵੀ ਕਈ ਵਾਰੀ ਆਏ ਵੀ ਜਿਵੇਂ ਮੰਨ ਲਓ ਜ਼ਮੀਨੀ ਐਕਟ ਦੇ ਮਾਮਲੇ 'ਚ ਅਸੀਂ ਰਾਮਲੀਲਾ ਗਰਾਊਂਡ ਦੇ ਪ੍ਰਦਰਸ਼ਨ ਕੀਤੇ। ਉਹ ਲੜਾਈਆਂ ਸੀ ਸਾਡੀਆਂ ਸਟੇਟ ਸਰਕਾਰ ਨਾਲ, ਡੀਸੀ ਨਾਲ ਜਾਂ ਕੇਂਦਰ ਸਰਕਾਰ ਨਾਲ। ਇਹ ਜਿਹੜੀ ਲੜਾਈ ਹੈ ਇਹ ਸਮੁੱਚੇ ਦੁਨੀਆ ਦੇ ਕਾਰਪੋਰੇਟ ਨਾਲ ਹੈ। ਇਹ ਸਾਨੂੰ ਗੱਲ ਸਮਝਣੀ ਪਾਉਣੀ ਹੈ। ਜਿਹੜੀਆਂ ਪਾਲਿਸੀਆਂ WTO ਦੇ ਰਾਹੀਂ ਤੁਹਾਡੇ ਤੇ ਲਾਗੂ ਕੀਤੀਆਂ ਜਾ ਚੁੱਕੀਆਂ ਤੇ ਕੀਤੀਆਂ ਜਾਣੀਆਂ ਬਾਕੀ ਹੈ, ਉਹਨਾਂ ਨੂੰ ਉਹ ਲਾਗੂ ਕਰਾਉਣਾ ਚਾਹੁੰਦੇ ਆ ਤੇ ਅਸੀਂ ਪਹਿਲਾਂ ਵਾਲੀਆਂ ਵੀ ਹਟਾਉਣਾ ਚਾਹੁੰਦੇ ਆ। ਬਈ ਇਹ ਲੜਾਈ ਹੈ, ਇਹ ਦੁਨੀਆ ਨੂੰ ਇੱਕ ਮੰਡੀ ਬਣਾਉਣ ਦੀ,
ਦੁਨੀਆ ਦੇ ਉੱਪਰ ਮੰਡੀ ਇੱਕ ਬਣਾ ਕੇ ਸਾਰੀ ਸਮੁੱਚੀ ਮਤਲਬ ਕਿ ਦੁਨੀਆ ਤੇ ਰਾਜ ਕਰਨ ਦੀ ਲੜਾਈ ਹੈ। ਇਹ ਜਿਹੜੀ ਅਮਰੀਕਾ ਦੀ ਲੜਾਈ ਆ, ਹੁਣ ਇੱਕ ਧਰੂਵੀ ਦੁਨੀਆ ਹੈ। ਅਮਰੀਕਾ ਉਹਨਾਂ ਦੇਸ਼ਾਂ ਦੀ ਪੂੰਜੀਵਾਦੀ ਦੇਸ਼ਾਂ ਦੀ ਅਗਵਾਈ ਕਰ ਰਿਹਾ, ਉਹਦੀ ਇਹ ਜਿਹੜੀ ਗੱਲ ਹੈ ਦੁਨੀਆ ਤੇ ਰਾਜ ਕਰਨ ਦੀ। ਹੁਣ ਦੁਨੀਆ, ਤੁਸੀਂ ਕਹੋਗੇ ਦੁਨੀਆ ਤੇ ਰਾਜ ਕਿਵੇਂ ਕਰੂਗਾ? ਅੱਜ ਕਿਸਾਨ ਬੈਠੇ 6 ਮਹੀਨਿਆਂ ਤੋਂ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਕਿਸਾਨ ਬੇਸ਼ੱਕ 2 ਕਿੱਲੇ ਵਾਲਾ ਜਾਂ 3 ਕਿੱਲੇ ਵਾਲਾ, 85% ਕਿਸਾਨੀ ਹੈ ਜਿਹੜੀ ਉਹ ਪੰਜਾਬ ਦੀ ਹੈ, ਉਹ 2-3 ਕਿੱਲਿਆਂ ਵਾਲੀ ਹੈ, ਉਹ ਬੈਠੀ ਹੋਈ ਆ 6 ਮਹੀਨਿਆਂ ਤੋਂ। ਤੁਸੀਂ ਮੈਨੂੰ ਕੈਨੇਡਾ, ਅਮਰੀਕਾ, ਜਿਹੜਾ ਤੁਹਾਡਾ ਮਤਲਬ ਏਸੀ ਦੇ ਵਿੱਚ ਰਹਿਣ ਵਾਲੇ, ਏਸੀ ਘਰਾਂ ਕੋਠੀਆਂ 'ਚ ਰਹਿਣ ਵਾਲੇ, ਕੀ ਉਹ 6 ਮਹੀਨੇ ਜਿਹੜੇ ਮਤਲਬ ਪੂਰੇ ਖਾਂਦੇ ਪੀਂਦੇ ਪਰਿਵਾਰ ਹੈ, ਜਿਹੜੇ ਮਤਲਬ ਕਿ ਅਮਰੀਕਾ ਕੈਨੇਡਾ ਦੇ ਵਿੱਚ ਵੀ ਹੈ, ਸਾਥੋਂ ਇੱਥੋਂ ਚਲੇ ਗਏ, ਸਾਡੀ ਜਵਾਨੀ ਚਲੀ ਗਈ, ਉਹ ਕੀ ਉਹ 6 ਮਹੀਨੇ ਬੈਠ ਕੇ ਸੜਕ ਤੇ ਲੜਾਈ ਲੜ ਸਕਦੇ ਆ? ਉਹ ਕਿਡਨੈਪ ਕੀਤੇ ਹੋਏ ਆ ਸਿਸਟਮ ਨੇ। ਉਹੀ ਸਿਸਟਮ ਹੈ ਜਿਹੜਾ ਸਾਡੇ ਇੱਥੇ ਲਿਆਉਣਾ ਚਾਹੁੰਦੇ ਆ। ਸਾਡੀ ਜਿਹੜੀ ਆਜ਼ਾਦੀ ਹੈ ਖੇਤੀ ਦੀ, ਖੁਦਦਾਰੀ ਹੈ, ਜਿਸ ਨੂੰ ਬਾਬੇ ਨਾਨਕ ਨੇ ਉੱਤਮ ਖੇਤੀ ਕਿਹਾ, ਮੱਧਮ ਵਪਾਰ ਨਖਿੱਧ ਚਾਕਰੀ, ਉਹ ਗੱਲ ਅੱਜ 100% ਲੋਕਾਂ ਨੂੰ ਚਾਨਣ ਹੋ ਗਿਆ। ਪਹਿਲਾਂ ਤਾਂ ਕਿਸੇ ਨੇ ਸਮਝੀ ਜਾਂ ਨਹੀਂ ਸਮਝੀ, ਖੇਤੀ ਕਰਨ ਵਾਲੇ ਲੋਕਾਂ ਨੇ ਤਾਂ ਸਮਝੀ ਹੋਈ ਹੈ, ਪਰ ਬਹੁਤਿਆਂ ਨੇ ਨਹੀਂ। ਗੱਲ ਵੀ ਹੈ, ਤੁਸੀਂ ਅਮਰੀਕਾ ਕੈਨੇਡਾ ਦੀ ਗੱਲ ਕੀਤੀ ਹੈ, ਪਰ ਉੱਥੋਂ ਦੇ ਲੋਕਾਂ ਕੋਲ ਵਿਕਲਪ ਹੈਗਾ। ਜੇ ਖੇਤੀ ਨਹੀਂ ਕਰਦੇ ਤਾਂ ਉਹਨਾਂ ਕੋਲ ਬਹੁਤ ਸਾਰੇ ਸਾਧਨ ਹੁੰਦੇ ਆ, ਬਹੁਤ ਸਾਰੀ ਨੌਕਰੀਆਂ ਹੁੰਦੀਆਂ, ਪਰ ਇੱਥੇ ਤਾਂ ਕਿਸਾਨਾਂ ਕੋਲ ਸਾਧਨ ਹੀ ਨਹੀਂ ਹੈਗਾ, ਨੌਕਰੀਆਂ ਨਹੀਂ ਹੈਗੀਆਂ। ਕਿੱਦਾਂ ਮੰਨਦੇ ਹੋ? ਬਿਲਕੁਲ ਬਿਲਕੁਲ, ਉਹਨਾਂ ਕੰਟਰੀਆਂ ਦੇ ਵਿੱਚ ਸਭ ਤੋਂ ਵੱਡਾ ਵਿਕਲਪ ਇਹ ਹੈ। ਤੁਸੀਂ ਵੇਖੋ, ਕਰੋਨਾ ਦੀ ਮਾਰ ਪਈ ਤੇ ਉੱਥੋਂ ਸਾਨੂੰ ਉਹਨਾਂ ਨੇ ਦੱਸਿਆ ਵੀ ਉਹਨਾਂ ਲੋਕਾਂ ਨੂੰ ਗਵਰਨਮੈਂਟ ਨੇ ਰੋਜ਼ਗਾਰ ਭੱਤੇ ਦਿੱਤੇ ਨੇ, ਘਰ ਪੈਸੇ ਪਹੁੰਚਦੇ ਕੀਤੇ ਨੇ, ਫਾਈਨੈਂਸ਼ੀਅਲ ਸਪੋਰਟ ਕੀਤੀ ਹੈ, ਤੇ ਇਹ ਸਰਕਾਰਾਂ ਨਹੀਂ ਕਰ ਸਕਦੀਆਂ। ਫਿਰ ਇਹ ਲੋਕਾਂ ਦਾ ਕਿੱਤਾ ਕਿਉਂ ਖੋਣ? ਇੱਥੇ ਤਾਂ ਇਹ ਵੀ ਹੋਇਆ ਨਾ ਵੀ ਜੇ ਸਰਕਾਰ ਨੇ ਕਹਤਾ ਲੋਕਡਾਊਨ ਲੱਗਣਾ, ਜੇ ਕਿਸੇ ਵਿਚਾਰੇ ਨੇ, ਗਰੀਬ ਬੰਦੇ ਨੇ ਕੋਈ ਰੇਹੜੀ ਲਾਤੀ ਤਾਂ ਉਹਦੀ ਰੇਹੜੀ ਨੂੰ, ਫਰੂਟਾਂ ਦੀ ਰੇਹੜੀ ਨੂੰ, ਸਬਜ਼ੀ ਰੇਹੜੀ ਨੂੰ ਪੁਲਿਸ ਵਾਲੇ ਆ ਕੇ ਲੱਤਾਂ ਵੀ ਮਾਰਦੇ ਆ। ਬਿਲਕੁਲ ਬਿਲਕੁਲ, ਇਹੀ ਤਾਂ ਹੈ ਕਿ ਇਹ ਕਾਰਪੋਰੇਟ ਘਰਾਣੇ ਦਾ ਕਿਸੇ ਅਮੀਰ ਨੂੰ ਲੱਤ ਨਹੀਂ ਮਾਰਦੇ, ਕਿਸੇ ਕਾਰਪੋਰੇਟ ਘਰਾਣੇ ਨੂੰ ਲੱਤ ਮਾਰਦੇ। ਇਹੀ ਗੱਲ ਹੈ ਜਿਹੜੀ ਬਲਕਰਨ ਜੀ ਨੇ ਕਹੀ ਆ ਕਿ ਕਾਰਪੋਰੇਟ ਘਰਾਣਿਆਂ ਦਾ ਰਾਜ ਹੈ। ਇਹ ਲੜਾਈ ਸਾਡੀ ਕਾਰਪੋਰੇਟ ਘਰਾਣਿਆਂ ਨਾਲ ਹੈ, ਉਹ ਸਾਡੀ ਸਟੇਟ ਦੀ ਲੜਾਈ ਸੀ, ਉਹ ਸਰਕਾਰਾਂ ਨਾਲ ਲੜਾਈ ਸੀ। ਸਰਕਾਰਾਂ ਹਮੇਸ਼ਾ ਝੁਕ ਜਾਇਆ ਕਰਦੀਆਂ ਕਿਉਂਕਿ ਉਹਨਾਂ ਨੇ ਵੋਟ ਬੈਂਕ ਦੀ ਰਾਜਨੀਤੀ ਹੁੰਦੀ ਹੈ, ਵੋਟਾਂ ਲੈਣੀਆਂ ਹੁੰਦੀਆਂ ਨੇ। ਪਰ ਹੁਣ ਜਿਹੜਾ ਕਾਰਪੋਰੇਟ ਘਰਾਣਾ, ਉਹਨੇ ਲੋਕਾਂ ਦੀ ਜੇਬ 'ਚੋਂ ਨੋਟ ਕੱਢਣੇ ਨੇ, ਉਹ ਕਿਵੇਂ ਸਹਿਣ ਕਰ ਜਾਣ, ਉਹ ਕਿਵੇਂ ਪਿੱਛੇ ਮੁੜ ਜਾਣ? ਇਸ ਵੇਲੇ ਜਿਹੜੀ ਲੜਾਈ ਆ ਸਾਡੀ, ਇਹ ਪੂਰੇ ਜਗਤ ਦੇ ਕਾਰਪੋਰੇਟ ਘਰਾਣੇ ਨਾਲ ਹੈ। ਇਹ ਵੀ ਗੱਲ ਇਹਨਾਂ ਨੇ ਕਹੀ ਹੈ ਕਿ ਜਿਹੜੀ ਗੱਲ ਬਲਕਰਨ ਜੀ ਨੇ ਕਹੀ ਆ ਕਿ ਪੂਰਾ ਵਰਲਡ ਦੇਖ ਰਿਹਾ ਤੇ ਪੂਰੇ ਵਰਲਡ ਦਾ ਕਾਰਪੋਰੇਟ ਘਰਾਣਾ ਵੇਖ ਰਿਹਾ, ਪੂਰੇ ਵਰਲਡ ਦਾ ਕਾਰਪੋਰੇਟ ਘਰਾਣਾ ਜਿਹੜਾ WTO ਹੈ, ਉਹ ਹਾਵੀ ਹੈ ਇਹਨਾਂ ਤੇ। ਇਸ ਕਰਕੇ ਇਹ ਲੜਾਈ ਸਾਡੀ ਬਹੁਤ ਵੱਡੀ ਲੜਾਈ ਹੈ। ਸੋ ਇਸ ਕਰਕੇ ਇਹਨੂੰ ਬੜੀ ਵਿਚਾਰਧਾਰਾ ਰੱਖ ਕੇ, ਵਿਚਾਰ ਕੇ, ਸੰਜੀਦਗੀ ਨਾਲ ਇਹਨੂੰ ਲੜਾਈ ਨੂੰ, ਇਹ ਲੰਬਾ ਚੱਲ ਜਾਏ ਕੋਈ ਗੱਲ ਨਹੀਂ, ਸੰਜੀਦਗੀ ਨਾਲ, ਠਰਮੇ ਨਾਲ ਅੱਗੇ ਜਿੰਨੀਆਂ ਜੰਗਾਂ ਲੜੀਆਂ ਨੇ, ਜਿਵੇਂ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕੀਤੀ ਹੈ, ਉਹਨਾਂ ਨੇ ਕਿਰਤੀਆਂ ਨੂੰ ਹੱਕ ਦਵਾਏ ਨੇ, ਤੇ ਆਪਾਂ ਜੇ ਹੱਕ ਲੈਣੇ ਨੇ ਤਾਂ ਫਿਰ ਲੰਬੀਆਂ ਜੰਗਾਂ ਵੀ ਲੜਨੀਆਂ ਪੈਣਗੀਆਂ, ਲੰਬੀ ਲੜਾਈ ਲੜਨੀ ਪਏਗੀ। ਸਹਿਜਤਾ ਰੱਖ ਕੇ ਇਸ ਲੜਾਈ ਨੂੰ ਜਿੱਤ ਵੱਲ ਲੈ ਕੇ ਚੱਲੀਏ, ਇੱਕ ਠਰਮਾ ਬਣਾ ਕੇ ਰੱਖੀਏ, ਸੰਜੀਦਗੀ ਨਾਲ ਚੱਲੀਏ। ਜਿੱਤ ਅਵਸ਼ਕ ਹੈ, ਜ਼ਰੂਰੀ ਹੈ। ਆਖਰ ਤੇ ਤੁਸੀਂ ਕੁਝ ਕਹਿ ਰਹੇ ਸੀਗੇ। ਮੈਂ ਇਹ ਕਹਿ ਰਿਹਾ ਸੀ ਵੀ ਉਹਨਾਂ ਦੀਆਂ ਸਰਕਾਰਾਂ ਜਿਹੜੀਆਂ ਕੈਨੇਡਾ, ਅਮਰੀਕਾ ਦੀਆਂ, ਉਹ ਸਹੂਲਤਾਂ ਦੇ ਰਹੀਆਂ, ਪਰ ਉਹਨਾਂ ਦੀ ਆਜ਼ਾਦੀ ਖਤਮ ਹੋ ਚੁੱਕੀ ਹੈ। ਕਿਉਂਕਿ ਕੋਈ ਵੀ ਬੰਦਾ ਉੱਥੇ ਇੱਕ ਹਫ਼ਤਾ ਕੰਮ ਛੱਡ ਕੇ ਆਪਦਾ ਗੁਜ਼ਾਰਾ ਨਹੀਂ ਕਰ ਸਕਦਾ, ਬੇਸ਼ੱਕ ਇਹਦੀਆਂ ਸਹੂਲਤਾਂ। ਤੁਸੀਂ ਜਦੋਂ ਉਸ ਦੌਰ ਤੇ ਨਿਗਾਹ ਮਾਰੋ ਜਦੋਂ ਦੁਨੀਆ ਦੋ ਧਰੋਆਂ ਦੇ ਵਿੱਚ ਸੀ, ਇੱਕ ਪਾਸੇ ਪੱਛਮੀ ਮੁਲਕ ਸੀ ਜਿਹੜੇ ਪੂੰਜੀਵਾਦ ਨੂੰ ਮਤਲਬ ਕਿ ਦੇ ਦੇਸ਼ ਨੇ, ਪੂੰਜੀਵਾਦੀ ਪਾਲਿਸੀਆਂ ਲਾਗੂ ਕਰਦੇ, ਦੂਜੇ ਪਾਸੇ ਸਮਾਜਵਾਦੀ ਕੈਂਪ ਸੀ। ਉਦੋਂ ਦੀਆਂ ਤੁਸੀਂ ਆਪਣੇ ਤੌਰ ਤੇ ਰਿਸਰਚ ਕਰੋ ਇਸ ਗੱਲ ਦੀ, ਜਦੋਂ ਉਹਨਾਂ ਨੂੰ ਇਹ ਡਰ ਸੀ ਵੀ ਸੋਵੀਅਤ ਸੰਘ ਵਾਂਗੂ ਅਮਰੀਕਾ ਦੇ ਵਿੱਚ, ਕੈਨੇਡਾ 'ਚ, ਇੰਗਲੈਂਡ 'ਚ ਇਨਕਲਾਬ ਨਾ ਹੋ ਜੇ, ਉਹ ਆਪਣੇ ਮਜ਼ਦੂਰਾਂ ਨੂੰ ਇਸ ਤੋਂ ਜ਼ਿਆਦਾ ਕਿਤੇ ਬੈਨੀਫਿਟ ਦਿੰਦੇ ਸੀ, ਜ਼ਿਆਦਾ ਸਹੂਲਤਾਂ ਦਿੰਦੇ ਸੀ। ਅੱਜ ਉਹਨਾਂ ਨੂੰ ਪਤਾ ਹੈ ਵੀ ਉਹ ਦੇਸ਼ ਸੋਵੀਅਤ ਕੈਂਪ ਹੈ ਜਿਹੜਾ ਉਹ ਖਤਮ ਹੋ ਗਿਆ। ਜਰਮਨੀ ਦੇ ਵਿੱਚ ਵੀ ਜਿਹੜੇ ਸੋਵੀਅਤ ਮਤਲਬ ਕਿ ਉਹ ਖੱਬੇ ਪੱਖੀ ਲਹਿਰ ਸੀ, ਉਹ ਖਤਮ ਹੋ ਗਈ, ਤੇ ਉਦੋਂ ਦਾ ਕਿ ਉਹਨਾਂ ਨੇ ਸਕੰਜਾ ਕੱਸ ਦਿੱਤਾ। ਤੇ ਉਹ ਲੋਕ ਆ ਜਿਹੜੇ, ਉਹ ਬੇਸ਼ੱਕ ਆਪਾਂ ਨੂੰ ਚਿਕਨੇ ਚੋਪੜੇ ਵਧੀਆ ਕਾਰਾਂ ਤੇ ਚੜ੍ਹਦੇ ਹੋਏ ਦਿਖਾਈ ਦਿੰਦੇ ਆ, ਪਰ ਉਹਨਾਂ ਦਾ ਅੰਗ ਅੰਗ ਕਰਜ਼ੇ 'ਚ ਵਿੰਨਿਆ ਹੋਇਆ। ਉਹਨਾਂ ਦੀ ਗੱਡੀ ਦੀਆਂ ਕਾਰਾਂ, ਉਹਨਾਂ ਦੇ ਹਾਊਸ ਦੀਆਂ ਕਾਰਾਂ, ਤੇ ਉਹਨਾਂ ਦੇ ਹੋਰ ਹਰ ਇੱਕ ਕੰਮ ਦੀਆਂ ਜਿਹੜੀਆਂ ਮਤਲਬ ਕਿ ਕਿਸ਼ਤਾਂ ਹੈ, ਉਹ ਕਿਸ਼ਤਾਂ ਨਹੀਂ ਪੂਰੀਆਂ ਆਉਂਦੀਆਂ ਗਈਆਂ। ਤੇ ਭਾਵੇਂ ਕਿ ਉਹ ਇੱਕ ਦੌੜ ਦੇ ਵਿੱਚ ਆ ਮਿਡਲ ਕਲਾਸ, ਤੇ ਪਰ ਉਹਨਾਂ ਦੀ ਆਜ਼ਾਦੀ ਹੈ ਜਿਹੜੀ, ਉਹ ਕਾਰਪੋਰੇਟ ਘਰਾਣੇ ਹੈ, ਉਹਨਾਂ ਦੇ ਪਿੱਛੇ ਬੈਠੀ ਹੋਈ ਪੂੰਜੀਵਾਦੀ ਸਰਕਾਰ ਹੈ, ਉਹ ਪੂਰੀ ਤਰ੍ਹਾਂ ਕਿਡਨੈਪ ਕਰ ਚੁੱਕੀ ਹੈ। ਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸੀ ਵੀ ਸਾਨੂੰ ਵੀ ਉਹ ਮਜ਼ਦੂਰ ਬਣਾਉਣਾ ਚਾਹੁੰਦੀ ਹੈ। ਵੀ ਆਪਾਂ ਕਹਿੰਦੇ ਵੀ ਮਜ਼ਦੂਰਾਂ ਦੀ ਗਿਣਤੀ ਘੱਟ ਆਈ ਹੈ ਧਰਨਾ ਤੇ, ਕਿਉਂਕਿ ਉਹਨਾਂ ਦੀ ਮਜਬੂਰੀ ਹੈ, ਉਹ ਹੈਂਡ ਟੂ ਮਾਊਥ ਹੈ, ਡੇਲੀ ਕਮਾਉਣਾ ਹੈ ਤੇ ਸ਼ਾਮ ਨੂੰ ਖਾਣਾ ਹੈ। ਤੇ ਕਿਸਾਨ ਦੇ ਕੋਲੇ ਕੁਝ ਸਮਾਂ ਹੁੰਦਾ ਹੈ ਵੀ ਆਪਦੀ ਖੇਤੀ ਕਰਕੇ ਉਹ ਸਮਾਂ ਐਜੀਟੇਸ਼ਨ ਕਰ ਸਕੇ। ਇਹ ਸਾਡੀ ਆਜ਼ਾਦੀ ਹੈ, ਇਹੀ ਆਜ਼ਾਦੀ ਹੈ ਜਿਹੜੀ ਸਾਥੋਂ ਖੋਣਾ ਚਾਹੁੰਦੀ ਹੈ। ਆਖਰਕਾਰ ਇੱਥੇ ਜਾਣਾ ਕਾਰਪੋਰੇਟ ਘਰਾਣਿਆਂ ਨੇ, ਜਿਹੜੀ ਅਸੀਂ ਸਵੀਕਾਰ ਨਹੀਂ ਕਰਾਂਗੇ। ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਵੀ ਕਰਨੀ ਚਾਹੁੰਦਾ ਵੀ ਆਓ ਆਪਾਂ ਮੋਰਚਾ ਨੂੰ ਮਜ਼ਬੂਤ ਕਰਕੇ, ਭਾਵੇਂ ਕਿ ਝੋਨੇ ਦਾ ਸੀਜ਼ਨ ਹੈ ਜਿਹੜਾ ਉਹ ਸ਼ੁਰੂ ਹੋਣ ਵਾਲਾ ਹੈ, ਪਰ ਸਾਡੀ 85% ਕਿਸਾਨੀ ਹੈ ਜਿਹੜੀ, ਉਹ 2-3 ਏਕੜ ਵਾਲੀ ਹੈ।
ਤੇ ਕਿਸਾਨੀ ਜਿਹੜੀ ਲੇਬਰ ਕਲਾਸ ਹੈ ਬਾਹਰੋਂ ਆ ਕੇ ਆਮ ਤੌਰ ਤੇ ਮਤਲਬ ਬਿਹਾਰੀ ਤੇ ਦੂਜੇ ਸਟੇਟਾਂ ਤੋਂ ਲੇਬਰ ਜਿਹੜੀ ਆਉਂਦੀ ਹੈ ਉਹ ਝੋਨਾ ਲਾਉਂਦੀ ਹੈ। ਕਿਸਾਨ ਨੇ ਟਰੈਕਟਰ ਹੀ ਚਲਾਉਣਾ ਹੈ। ਆਪਣੀ ਪੰਜਾਬੀ ਲੇਬਰ ਤਾਂ ਥੋੜੀ ਮੋਟੀ ਬਿਜੀ ਹੋ ਸਕਦੀ ਹੈ, ਪਰ ਪੰਜਾਬੀ ਲੇਬਰ ਵੀ ਬਹੁਤ ਘੱਟ ਝੋਨਾ ਲਾਉਂਦੀ ਹੈ ਤੇ ਇਸ ਗੱਲ ਕਰਕੇ ਝੋਨੇ ਦਾ ਕੋਈ ਫਰਕ ਨਹੀਂ ਪੈਣਾ। ਮੋਟਰ ਜਿਹੜੀ ਛੱਡਣੀ ਹੈ ਉਹ ਤਾਂ ਬਾਪੂ ਵੀ ਛੱਡ ਸਕਦਾ ਹੈ, ਕੋਈ ਏਡੀ ਗੱਲ ਨਹੀਂ। ਅੱਜ ਕੱਲ ਲੇਬਰ ਮਤਲਬ ਕਿ ਸਾਰਾ ਲੇਜ਼ਰ ਲੈਵਲਿੰਗ ਹੋ ਗਈ ਹੈ ਤੇ ਇਸ ਗੱਲ ਕਰਕੇ ਕੋਈ ਬਹੁਤਾ ਨਹੀਂ ਫਰਕ ਪੈਣਾ। ਜਿਵੇਂ ਪਿੰਡਾਂ 'ਚੋਂ ਵਾਰੀਆਂ ਬੰਨੀਆਂ ਹੋਈਆਂ ਉਸੇ ਤਰ੍ਹਾਂ ਕਿਸਾਨ ਆ ਰਹੇ ਆ ਤੇ ਮੈਂ ਅਪੀਲ ਵੀ ਕਰਦਾ ਵੀ ਵੱਡੀ ਗਿਣਤੀ 'ਚ ਆਪਾਂ ਮੋਰਚੇ ਮਜ਼ਬੂਤ ਕਰੀਏ ਤੇ ਅਖੀਰ ਦੇ ਵਿੱਚ ਤੁਹਾਡਾ ਸਾਨੂੰ ਸਮਾਂ ਦੇਣ ਦਾ, ਆਕਾਸ਼ ਚੈਨਲ ਦਾ ਬੜੇ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗੱਲਬਾਤ ਕਰ ਰਹੇ ਸੀਗੇ ਮਨਜੀਤ ਸਿੰਘ ਰਾਏ ਮੇਰੇ ਨਾਲ ਮੌਜੂਦ ਸੀਗੇ, ਸਰਦਾਰ ਬਲਕਾਰ ਸਿੰਘ ਬਰਾੜ ਮੌਜੂਦ ਸੀਗੇ। ਕੱਲ ਤੋਂ ਝੋਨਾ ਪੰਜਾਬ ਦੇ ਵਿੱਚ ਲੱਗਣਾ ਸ਼ੁਰੂ ਹੋਣਾ ਹੈ। ਹਾਲਾਂਕਿ ਜਿਹੜੇ ਮਾਹਰ ਨੇ ਉਹ ਇਹ ਕਹਿ ਰਹੇ ਆ ਕਿ ਪੰਜਾਬ ਨੂੰ ਝੋਨੇ ਦੇ ਚੱਕਰ ਤੋਂ ਬਾਹਰ ਨਿਕਲਣਾ ਚਾਹੀਦਾ ਜੇ ਆਪਣਾ ਪਾਣੀ ਬਚਾਉਣਾ ਹੈਗਾ। ਗੱਲਾਂ ਬਹੁਤ ਸਾਰੀਆਂ ਸੀਗੀਆਂ ਕਿਉਂਕਿ ਸਮਾਂ ਬਹੁਤ ਲੰਮਾ ਲੱਗ ਰਿਹਾ ਹੈਗਾ। ਵਿਚਾਰ ਬਹੁਤ ਸਾਰੇ ਨੇ, ਕੁਐਸਚਨ ਬਹੁਤ ਸਾਰੇ ਨੇ, ਸਵਾਲ ਬਹੁਤ ਸਾਰੇ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਇਹਨਾਂ ਆਰਥਿਕ ਸੰਕਟਾਂ ਤੋਂ ਬਾਹਰ ਨਿਕਲੂਗਾ ਜਿਹੜਾ ਇਸ ਵਕਤ ਪੰਜਾਬ ਦੇ ਸਿਰ ਦੇ ਉੱਤੇ ਬਣਿਆ ਹੋਇਆ। ਦਿੱਲੀ ਦੀਆਂ ਅਮਰੂਹਾਂ ਦੇ ਉੱਤੇ ਕਿਸਾਨ ਉਸੇ ਤਰੀਕੇ ਦੇ ਨਾਲ ਹਲੇ ਵੀ ਡਟੇ ਹੋਏ ਆ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੇੜਕਾ ਕਿਸ ਤਰੀਕੇ ਦੇ ਨਾਲ ਹੱਲ ਹੁੰਦਾ ਹੈ। ਹਾਲਾਂਕਿ ਜਿਸ ਤਰ੍ਹਾਂ ਕਿਹਾ ਹੈ ਕਿ ਬੀਜੇਪੀ ਦੇ ਆਗੂ ਹੁਣ ਥੋੜੇ ਜਿਹੇ ਨਰਮ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਆ ਉਹਨਾਂ ਨੇ। ਹਾਲਾਂਕਿ ਨਰਿੰਦਰ ਸਿੰਘ ਤੋਮਰ ਨੇ ਤਾਂ ਇਹ ਕਿਹਾ ਕਿ ਰਿਪੀਲ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਜੇ ਕੋਈ ਵਿਕਲਪ ਹੈ ਕਿਸਾਨ ਆਗੂਆਂ ਕੋਲ ਤਾਂ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਇਹ ਰੇੜਕਾ ਜਿਹੜਾ ਬਣਿਆ ਹੋਇਆ ਹੱਲ ਹੁੰਦਾ ਹੈ, ਸਮੇਂ ਸਿਰ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਜੀ। ਫਿਲਹਾਲ ਕੈਮਰੇ ਦੇ ਉੱਤੇ ਮੇਰਾ ਸਾਥ ਦੇ ਰਹੇ ਨੇ ਮੇਰੇ ਵੀਰ ਸਰਦਾਰ ਜਜਵਿੰਦਰ ਸਿੰਘ, ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਦੁਬਾਰਾ ਖਿਦਮਤ ਦੇ ਵਿੱਚ ਹਾਜ਼ਰ ਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।